ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਫਰਾਈਡੇ ਆ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਦੀ ਆ। ਯੂਜੂਲੀ ਅਸੀਂ ਇਮੀਗ੍ਰੇਸ਼ਨ ਦੀਆਂ ਗੱਲਾਂ ਕਰੀਦੇ ਆ ਜੋ ਪਿਛਲੇ 13 ਸਾਲ ਤੋਂ ਆਪਾਂ ਕਰਦੇ ਆ ਰਹੇ ਹਾਂ 2007 ਤੋਂ ਹਰ ਫਰਾਈਡੇ ਨੂੰ। ਬਟ ਅੱਜ ਕੱਲ੍ਹ ਜੋ ਮਹਾਮਾਰੀ ਚੱਲ ਰਹੀ ਆ ਦੁਨੀਆ ਦੇ ਵਿੱਚ ਤੇ ਆਪਾਂ ਉਹਦੀ ਗੱਲ ਕਰੀਦੇ ਤੇ ਤੁਹਾਨੂੰ ਅਪਡੇਟ ਦੇਈਦੀ ਆ ਕਿਉਂਕਿ ਜੀ ਵੀਜ਼ੇ ਵੂਜ਼ੇ ਤਾਂ ਹੀ ਚੰਗੇ ਲੱਗਦੇ ਆ ਜੇ ਜਾਨ ਰਵੇ। ਜੇ ਜਾਨ ਹੀ ਨਹੀਂ ਰਵੇ ਤਾਂ ਫਿਰ ਕੁਛ ਨਹੀਂ ਚੰਗਾ ਲੱਗਦਾ ਜੀ, ਸਾਰਾ ਕੁਝ ਜ਼ੀਰੋ ਹੀ ਆ। ਇਸ ਲਈ ਆਪਾਂ ਤੁਹਾਨੂੰ ਦੱਸ ਦਈਏ ਕਿ ਕੀ ਕੁਛ ਹੋ ਰਿਹਾ ਕੀ ਕੁਛ ਨਹੀਂ, ਤਾਂ ਕਿ ਤੁਹਾਡੀ ਜ਼ੁਬਾਨੀ ਪੰਜਾਬੀ 'ਚ ਤੁਹਾਨੂੰ ਮੈਂ ਦੱਸ ਸਕਾਂ। ਬਿਕੋਜ਼ ਜੋ ਕੁਛ ਹੋ ਰਿਹਾ ਇਸ ਹਫਤੇ ਇਹ ਇਟਸ ਕਨਫਿਊਜ਼ਿੰਗ ਟੂ ਦ ਬੈਸਟ ਆਫ ਅਸ। ਸੋ ਜੇ ਆਪਾਂ ਤਾਂ ਅੰਗਰੇਜ਼ੀ 'ਚ ਵੀ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਵੀ ਬੰਦਾ ਫਜ਼ਲ ਹੋ ਜਾਂਦਾ, ਪਰ ਪੰਜਾਬੀ 'ਚ ਇਹਨੂੰ ਸਮਝਾਉਣਾ ਬੰਦੇ ਦੇ ਅਕਲ 'ਚ ਨਹੀਂ ਆਉਂਦੀ। ਤਾਂ ਇਸ ਲਈ ਕੋਸ਼ਿਸ਼ ਮੈਂ ਕਰੂੰਗਾ ਤੁਹਾਨੂੰ ਸਾਰਾ ਇਹ ਸਮਝਾਉਣ ਨੂੰ ਕਿ ਹੋ ਕੀ ਰਿਹਾ, ਗਵਰਨਮੈਂਟ ਯੂਕੇ ਦੀ ਕੀ ਕੁਛ ਕਰ ਰਹੀ ਆ, ਇਹ ਸਿਸਟਮ ਕੀ ਹੋ ਰਿਹਾ, ਕਾਹਦੇ ਲਈ ਹੋ ਰਿਹਾ, ਸਿਚੁਏਸ਼ਨ ਕੀ ਆ ਕੋਵਿਡ-19 ਕਰੋਨਾ ਵਾਇਰਸ ਦੀ ਯੂਕੇ ਦੇ ਵਿੱਚ, ਤੇ ਅੱਜ ਦੀ ਘੜੀ ਵਿੱਚ ਅੱਜ ਦੇ ਦਿਨ 'ਚ ਕੀ ਹੋ ਰਿਹਾ ਕੀ ਨਹੀਂ, ਤੇ ਗਵਰਨਮੈਂਟਸ ਕੀ ਕਰ ਰਹੀਆਂ, ਤੁਹਾਨੂੰ ਕੀ ਕੁਛ ਕਰਨਾ ਚਾਹੀਦਾ, ਆਪਾਂ ਕਿੱਦਾਂ ਬਚ ਸਕਦੇ ਇਸ ਤੋਂ। ਰਾਈਟ, ਆਪਾਂ ਜੀ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਜੀ ਜੋ ਕਰੋਨਾ ਵਾਇਰਸ ਇਹ ਹੈਗੀ ਆ ਇਹਦਾ ਜੋ ਰੇਟ ਆ ਹੁਣ ਵੱਧਦਾ ਜਾ ਰਿਹਾ ਪਿਛਲੇ ਹਫ਼ਤਿਆਂ ਦੇ ਵਿੱਚ। ਉਸ ਰੇਟ ਤੱਕ, ਉਸ ਸਥਿਤੀ ਤੱਕ ਜਦੋਂ ਇਹ ਮਾਰਚ ਵਿੱਚ ਹੋਇਆ ਸੀ, ਮਤਲਬ ਉਸ ਸਪੀਡੀ ਨਾਲ ਇਹ ਵੱਧਦਾ ਜਾ ਰਿਹਾ। ਇਹਨੂੰ ਆਪਾਂ ਇੱਕ ਇਹ ਦੁਨੀਆ 'ਚ ਸੈਕੰਡ ਵੇਵ ਕਹਿ ਰਹੇ ਆ, ਜਾਂ ਜਿਹਨੂੰ ਅਸੀਂ ਪੰਜਾਬੀ 'ਚ ਦੂਜੀ ਲਹਿਰ ਕਹਿ ਸਕਦੇ ਹਾਂ ਕਿ ਇਹਦਾ ਦੂਜੀ ਜੋ ਲਹਿਰ ਆ ਇਹ ਆ ਰਹੀ। ਪਹਿਲੀ ਲਹਿਰ ਜੋ ਮਾਰਚ ਵਿੱਚ ਸੀਗੀ ਅਸੀਂ ਦੇਖਿਆ ਸੀ ਜਦੋਂ ਕੰਟਰੀ ਨੂੰ ਪੂਰਾ ਲੋਕਡਾਊਨ ਕਰ ਦਿੱਤਾ ਸੀਗਾ। ਆਪਾਂ ਉਸੀ ਰੇਟ 'ਤੇ ਆ ਰਹੇ ਹਾਂ ਵਾਪਸ ਮੁੜ ਕੇ। ਅਤੇ ਫਿਗਰਸ ਜੋ ਕਹਿੰਦੇ ਆ ਜੀ, ਅਤੇ ਦਿਨ ਦੇ ਤਕਰੀਬਨ 28,000 ਨਵੇਂ ਕੇਸ ਹੁੰਦੇ ਆ ਕਰੋਨਾ ਵਾਇਰਸ ਦੇ। ਸੋ ਇਹ ਜੋ ਹੈਗੇ ਆ ਤਕਰੀਬਨ ਇਸ ਹਿਸਾਬ ਦੇ ਰੇਟ ਨਾਲ ਜਾ ਰਹੇ ਆ। ਅਤੇ ਜੋ ਮੌਤਾਂ ਹੋ ਰਹੀਆਂ ਜੀ ਉਹ ਤਕਰੀਬਨ 130-135 ਦੇ ਦੁਆਲੇ ਹੈਗੀਆਂ। 136 ਅੱਜ ਹੋਈਆਂ ਜੀ, 130 ਕੱਲ੍ਹ ਸੀਗੀਆਂ, ਬੁੱਧਵਾਰ 137 ਸੀਗੀਆਂ। ਸੋ ਉਹਦੇ ਵਿੱਚ ਜੀ ਅੱਜ ਦੇ ਦਿਨ 'ਚ 844 ਬੰਦੇ ਹਸਪਤਾਲ ਗਏ ਸਿਰਫ ਅੱਜ ਕਰੋਨਾ ਵਾਇਰਸ ਦੇ ਵਿੱਚ। ਇਸ ਵੇਲੇ 5,311 ਵਿਅਕਤੀ ਇੰਗਲੈਂਡ ਯੂਕੇ ਦੇ ਹਸਪਤਾਲਾਂ 'ਚ ਹੈਗੇ ਆ ਜਿਨ੍ਹਾਂ ਨੂੰ ਕਰੋਨਾ ਹੋਈ। ਜਿਹੜੇ ਹਸਪਤਾਲ ਦੀ ਕੰਡੀਸ਼ਨ ਇੰਨੀ ਮਾੜੀ, ਉਹਨਾਂ ਨੂੰ ਹਸਪਤਾਲ ਜਾਣ ਦੀ ਲੋੜ ਹੈ, ਉਹਨਾਂ ਦੀ ਆਪਣੀ ਕੰਡੀਸ਼ਨ ਇੰਨੀ ਮਾੜੀ ਹੈ। ਸੋ 10,000 ਜੋ ਕਹਿੰਦੇ ਆ ਐਵਰੇਜ ਜੋ ਹੈਗੇ ਆ ਰੇਟ, ਇਹ ਵੱਧਦਾ ਜਾ ਰਿਹਾ। ਇਟਸ ਬਿਗ ਜੋ ਹੈਗੇ ਆ ਜੰਪ ਹੈਗੀ ਆ। 160 ਬੰਦਿਆਂ ਚੋਂ ਇੱਕ ਨੂੰ ਹੋ ਰਹੀ ਆ, 160 ਬੰਦਿਆਂ ਨੂੰ। ਪਰ ਹੁਣ ਤੁਸੀਂ ਕਹੋਗੇ ਕਿ 160 ਬੰਦਿਆਂ ਚੋਂ ਇੱਕ ਹੈ ਤਾਂ ਫਿਰ 1% ਨਾਲੋਂ ਵੀ ਘੱਟ ਆ। ਯੂ ਆਰ ਰਾਈਟ, ਇਹ 0.6% ਬਣਦੀ ਆ। ਬਟ ਜੇ ਤੁਸੀਂ ਹੁਣ ਪੂਰੀ ਪੋਪੂਲੇਸ਼ਨ ਦਾ 0.6 ਕਰ ਲਓ ਫਿਰ ਤਾਂ ਹਜ਼ਾਰਾਂ 'ਚ ਹੀ ਆ ਗਿਆ ਨਾ। ਸੋ ਆ ਜੋ ਹੈਗੀ ਹਜ਼ਾਰਾਂ ਲੋਕਾਂ ਨੂੰ ਇਹ ਰੋਜ਼ ਦਾ ਹੋ ਰਹੀ ਆ। ਇਸ ਕਰਕੇ ਜੀ ਜੋ ਹੈਗੇ ਆ ਗਵਰਨਮੈਂਟ ਨੂੰ ਪ੍ਰੈਸ਼ਰ ਪੈ ਰਿਹਾ ਕਿ ਜੀ ਲੋਕਾਂ ਨੂੰ ਬਚਾਓ, ਤੁਸੀਂ ਕੀ ਕੁਛ ਕਰ ਰਹੇ ਆ, ਇਹਦਾ ਜੋ ਸਪਰੈਡ ਆ ਇਹਨੂੰ ਠੱਪਣ ਲਈ ਕੀ ਕੁਛ ਕਰ ਰਹੇ ਆ ਕੀ ਕੁਛ ਨਹੀਂ। ਉਹਦੇ ਵਿੱਚ ਉਹਨੂੰ ਨਜ਼ਰ ਰੱਖਦੇ ਹੋਏ ਜੀ ਯੂਕੇ ਦੀ ਸਰਕਾਰ ਨੇ ਸਿਸਟਮ ਕੀਤਾ ਜਿਹਨੂੰ ਟੀਅਰ ਸਿਸਟਮ ਹੁੰਦਾ। ਜਿੱਦਾਂ ਵੀਜ਼ਿਆਂ ਦਾ ਟੀਅਰ ਸਿਸਟਮ ਹੈ ਨਾ, ਕੋਵਿਡ ਦਾ ਵੀ ਟੀਅਰ ਸਿਸਟਮ ਹੁਣ ਆ ਗਿਆ ਹੈਗਾ। ਇਹਦੇ ਵਿੱਚ 3 ਧਿਰ ਇਹਨਾਂ ਨੇ ਬਣਾਏ ਗਏ ਆ। ਕਹਿੰਦੀ ਸਾਡਾ 3 ਧਿਰ ਜੋ ਹੈਗੇ ਆ, Tier 1, Tier 2, Tier 3। ਸੋ ਤੁਸੀਂ ਆਪਣਾ ਏਰੀਆ ਦੇਖਣਾ ਕਿ ਕਿਹੜਾ ਏਰੀਆ ਦੇ ਹਿਸਾਬ ਨਾਲ ਤੁਸੀਂ ਕਿਹੜੇ ਟੀਅਰ 'ਚ ਆਉਂਦੇ ਆ। ਏਰੀਆ ਨੂੰ ਇਹਨਾਂ ਨੇ ਨੋਟ ਕਰ ਦਿੱਤਾ ਕਿ ਜਾਂ ਤੁਸੀਂ Tier 1 'ਚ ਜਾਂ Tier 2 'ਚ ਜਾਂ Tier 3 ਆ। ਸਭ ਤੋਂ ਜ਼ਿਆਦਾ ਖਤਰੇ ਵਾਲਾ ਏਰੀਆ ਹੈਗਾ Tier 3, ਤੇ ਖਤਰੇ ਵਾਲਾ ਏਰੀਆ Tier 1 ਜੋ ਹੈਗਾ ਉਹ ਸਭ ਤੋਂ ਘੱਟ ਖਤਰੇ ਵਾਲਾ ਏਰੀਆ ਹੈ। ਵੈਸੇ ਇਹ ਨਹੀਂ ਕਿ ਉਹਦੇ 'ਚ ਖਤਰਾ ਹੈ ਨਹੀਂ, ਖਤਰਾ ਹੈਗਾ, ਬਟ Tier 3 ਤੇ Tier 2 ਨਾਲੋਂ ਘੱਟ। ਸੋ 1, 2, 3 ਇੱਦਾਂ ਜਾਂਦੀ ਹੈ। ਸੋ 1 is the safest and Tier 3
इज़ द मोस्ट डेंजरस, जो खतरनाक हैगा। सो ਇਹਦੇ ਵਿੱਚ ਇਹ ਸਿਸਟਮ ਚੱਲਦਾ ਕੀ ਹੈ ਜੀ। ਸੋ ਇੰਗਲੈਂਡ ਦੇ ਵਿੱਚ ਜੀ, ਇੰਗਲੈਂਡ ਦੇ ਵਿੱਚ ਸਕਾਟਲੈਂਡ ਤੇ ਵੇਲਜ਼ ਦਾ ਤਾਂ ਨਾਰਥਰਨ ਆਇਰਲੈਂਡ ਦਾ ਡਿਫਰੈਂਟ ਹੋ ਰਿਹਾ। ਇੰਗਲੈਂਡ ਦੇ ਵਿੱਚ 3 ਕੈਟਾਗਰੀਆਂ ਬਣਾਇਆ ਗਈਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ। ਟੇਅਰ 1 ਮੀਡੀਅਮ ਆ, ਟੇਅਰ 2 ਹਾਈ ਆ, ਟੇਅਰ 3 ਵੈਰੀ ਹਾਈ। That's the rate of infection। ਮੈਂ ਪੰਜਾਬੀ 'ਚ ਤੁਹਾਨੂੰ ਤਾਂ ਸਮਝਾ ਰਿਹਾ ਕਿ ਜਿਹੜੇ ਸਾਡੇ ਸਿਆਣੇ ਆ, ਬਜ਼ੁਰਗ ਆ, ਉਹਨਾਂ ਨੂੰ ਸ਼ਾਇਦ ਨਹੀਂ ਇਹ ਸਮਝ ਆ ਰਿਹਾ, ਉਹ ਬੱਚਿਆਂ ਨੂੰ ਸ਼ਾਇਦ ਨਹੀਂ ਇਹ ਸਮਝਾ ਪਾ ਰਹੇ ਕਿ ਜੀ ਇਹ ਹੋ ਕੀ ਰਿਹਾ ਕੀ ਨਹੀਂ। ਉਹ ਬੱਚੇ ਕਹਿ ਰਹੇ ਆ, ਕਹਿ ਰਹੇ ਆ ਮਾਪੇ ਨੂੰ ਤੁਸੀਂ ਘਰ ਰਹਿਣਾ, ਬਾਹਰ ਨਹੀਂ ਆਉਣਾ, ਬਾਹਰ ਨਹੀਂ ਆਉਣਾ। ਮਾਪੇ ਕਹਿੰਦਾ ਕਿਉਂ, ਕੀ ਹੋ ਰਿਹਾ, ਸਾਨੂੰ ਕੋਈ ਸਮਝਾਵੇ ਤੁਸੀਂ ਹੋ ਕੀ ਰਿਹਾ ਹੈ। So I'm trying my best for the people my age out there who are unable to explain it to their parents. So I'm trying my best to explain it to your parents or to those who don't speak English, ਉਹਦੇ ਵਿੱਚ ਤਾਂ ਕਿ ਆਪਾਂ ਐਕਸਪਲੇਨ ਕਰ ਸਕੇ। ਐਂਡ ਨਾਲ ਦੀ ਨਾਲ I'll be talking in English as well and explaining it to yourselves. So tier 1 ਕੀ ਹੈ ਜੀ, medium alert. What happens in medium alert? Medium alert ਵਿੱਚ ਉਹੀ ਚੱਲ ਰਿਹਾ ਰੂਲਸ ਜੋ ਪਹਿਲਾਂ ਅੱਗੇ ਇਸ ਸਮਰ ਚੱਲਦੇ ਆ ਰਹੇ ਆ ਕਿ ਜੇ ਤੁਸੀਂ 6 ਬੰਦਿਆਂ ਦੇ ਜ਼ਿਆਦਾ ਤੇ ਗਰੁੱਪ ਨਾਲ ਤੁਸੀਂ ਮਿਲ ਨਹੀਂ ਸਕਦੇ, ਚਾਹੇ ਬਾਹਰ ਹੋਵੇ ਚਾਹੇ ਅੰਦਰ ਹੋਵੇ। ਸੋ ਤੁਸੀਂ 6 ਬੰਦਿਆਂ ਤੋਂ ਜ਼ਿਆਦਾ ਨਹੀਂ ਜ਼ਿਆਦਾ ਇਕੱਠੇ ਹੋ ਸਕਦੇ ਅੰਦਰ ਜਾਂ ਬਾਹਰ, ਜਾਂ ਅਨਲੈਸ ਤੁਹਾਡਾ ਟੱਬਰ ਹੀ 10 ਬੰਦਿਆਂ ਦਾ ਹੈ ਜਾਂ 12 ਬੰਦਿਆਂ ਦਾ, ਜਾਂ ਤੁਸੀਂ ਇੱਕ ਸਪੋਰਟ ਬਬਲ ਬਣਾਇਆ। ਇੱਕ ਸਪੋਰਟ ਬਬਲ ਹੁੰਦਾ ਕਿ ਤੁਸੀਂ 1-2 ਪਰਿਵਾਰਾਂ ਨਾਲ ਬਬਲ ਬਣਾਇਆ ਜਿਨ੍ਹਾਂ ਨੂੰ ਤੁਸੀਂ ਅਕਸਰ ਰਹਿੰਦੇ ਆ ਜਾਂ ਤੁਸੀਂ ਉਹਨਾਂ ਨੂੰ ਮਿਲਦੇ ਆ। ਸੋ ਉਹ ਪੱਬ, ਬਾਰ ਤੇ ਰੈਸਟੋਰੈਂਟ ਜਿਹੜੇ ਟੇਅਰ 1 ਦੇ ਏਰੀਆ ਦੇ ਵਿੱਚ ਉਹਨਾਂ ਨੂੰ 10 ਵਜੇ ਬੰਦ ਕਰਨਾ ਪੈਂਦਾ ਈਵਨਿੰਗ ਦੇ ਵਿੱਚ। ਸੋ 10 ਵਜੇ ਤੋਂ ਬਾਅਦ ਨਹੀਂ ਖੁੱਲ੍ਹ ਸਕਦੇ। ਸੋ ਇਹ ਆ ਜੀ ਜੋ ਹੈਗਾ ਟੇਅਰ 1। ਟੇਅਰ 2 ਦਾ ਕੀ ਆ ਜੀ? ਟੇਅਰ 2 ਇਹ ਹੈ ਜੀ ਹਾਈ ਅਲਰਟ ਜਿਹਨੂੰ ਸੱਦਿਆ। ਟੇਅਰ 1 ਤਾਂ ਹੋ ਗਿਆ ਮੀਡੀਅਮ। ਸੋ ਦੇਰ ਇਜ਼ ਨੋ, ਜਿੱਦਾਂ ਨੈਂਡੋਜ਼ ਜਾਈਦਾ ਨਾ ਤਾਂ ਮਾਈਲਡ ਲਈਦਾ, ਇਹਦੇ ਵਿੱਚ ਮਾਈਲਡ ਆਪਸ਼ਨ ਨਹੀਂ ਹੈਗੀ, ਇਹ ਸ਼ੁਰੂ ਹੀ ਮੀਡੀਅਮ ਤੋਂ ਹੁੰਦਾ। ਤਾਂ ਮੀਡੀਅਮ ਹੈਗਾ ਹਾਈ ਐਂਡ ਵੈਰੀ ਹਾਈ, you no lemon and herb in this one, you got no category for that. Okay, so tier 2 ਚ ਕੀ ਹੁੰਦਾ ਜੀ? tier 2 ਚ ਜਿਹਦੇ ਵਿੱਚ ਤੁਸੀਂ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ, ਉਹਦੇ ਵਿੱਚ ਇਹ ਆ। ਸੋ ਘਰ ਦੇ ਵਿੱਚ, ਪੱਬਾਂ 'ਚ ਜਾਂ ਰੈਸਟੋਰੈਂਟ 'ਚ ਤੁਸੀਂ ਉਹ ਬੰਦਿਆਂ ਨਾਲ ਮਿਲ ਨਹੀਂ ਸਕਦੇ ਜਿਹੜੇ ਤੁਹਾਡੇ ਟੱਬਰ 'ਚ ਨਹੀਂ ਹੈਗੇ। ਮਤਲਬ ਮੈਂ ਪੱਬ 'ਚ ਜਾ ਕੇ ਕਿਸੇ ਹੋਰ ਟੱਬਰ ਨੂੰ ਨਹੀਂ ਮਿਲ ਸਕਦਾ, ਆਪਣੇ ਹੋਰ ਕੋਈ ਰਿਸ਼ਤੇਦਾਰਾਂ ਦੇ ਟੱਬਰ ਨੂੰ। ਅੰਦਰ ਵੀ ਉਹ ਆ ਨਹੀਂ ਸਕਦੇ ਮੇਰੇ ਘਰ, ਮੈਂ ਵੀ ਨਹੀਂ ਉਹਨਾਂ ਦੇ ਘਰ ਜਾ ਸਕਦਾ। ਸੋ ਤੁਸੀਂ ਆਪਣੇ ਟੱਬਰ 'ਚ ਸਿਰਫ ਬਾਹਰ ਜਾ ਸਕਦੇ ਆ, ਤਾਂ ਆਪਣੇ ਘਰ 'ਚ ਵੀ ਆਪਣੇ ਟੱਬਰ 'ਚ ਹੀ ਮਿਕਸ ਕਰ ਸਕਦੇ ਹੈਗੇ ਆ। ਜਿਹੜੇ ਸਪੋਰਟ ਬਬਲ 'ਚ ਆ, ਮਤਲਬ ਜਿਹੜੇ ਚਾਈਲਡ ਕੇਅਰ ਸ਼ੇਅਰ ਕਰਦੇ ਆ ਜਾਂ ਕੁਛ ਹੋਰ ਵਜ੍ਹਾ ਲਈ ਉਹਨਾਂ ਨੂੰ ਇੱਕ ਦੂਜੇ ਨੂੰ ਮਿਲਣਾ ਪੈਂਦਾ, they can carry on meeting. ਸੋ ਤੁਸੀਂ ਆਪਣੇ ਫਰੈਂਡਾਂ ਨੂੰ ਮਿਲ ਸਕਦੇ ਆ ਤੇ ਬਾਹਰ, ਅੰਦਰ ਨਹੀਂ, ਬਟ ਸਿਰਫ 6 ਗਰੁੱਪ ਦੇ ਵਿੱਚ, ਇਨ ਅ ਗਰੁੱਪ ਆਫ 6 ਪੀਪਲ। ਸੋ 6 ਤੋਂ ਜ਼ਿਆਦਾ ਬੰਦੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਇੱਕ ਜਗ੍ਹਾ 'ਚ, ਇੱਕ ਗਰੁੱਪ 'ਚ। ਸੋ ਮਤਲਬ ਤੁਸੀਂ ਪੱਬ ਜਾ ਕੇ 12 ਬੰਦਿਆਂ ਦਾ ਟੇਬਲ ਨਹੀਂ ਕਰ ਸਕਦੇ। ਜੇ ਤੁਸੀਂ ਟੇਬਲ ਤੇ ਵੀ ਬਹਿੰਦੇ ਆ, ਸਿਰਫ 6 ਬੰਦੇ ਤੁਸੀਂ ਬਹਿ ਸਕਦੇ। ਰੈਸਟੋਰੈਂਟ 'ਚ 6 ਤੋਂ ਜ਼ਿਆਦਾ ਬੰਦੇ ਟੇਬਲ ਤੇ ਨਹੀਂ ਬਹਿ ਸਕਦੇ, ਉਹ ਵੀ ਤੁਹਾਡੇ ਟੱਬਰ ਦੇ ਹੋਣੇ ਚਾਹੀਦੇ ਆ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਆ ਟੇਅਰ 2 ਦੇ ਵਿੱਚ। ਇਸ ਵੀਕਐਂਡ ਜੀ ਟੇਅਰ 2 ਚ ਕਾਫੀ ਏਰੀਆ ਆ ਜਾਣੇ ਆ, ਉਹਨਾਂ ਵਿੱਚ ਲੰਡਨ ਆ ਗਿਆ, ਦੈਟਸ ਆਲ ਆਫ ਲੰਡਨ, ਗ੍ਰੇਟਰ ਲੰਡਨ, ਸੈਂਟਰਲ ਲੰਡਨ ਸਾਰਾ ਆ ਗਿਆ। ਹੰਸਲੋ ਤੋਂ ਲੈ ਕੇ ਡੈਗਨਮ ਤੱਕ, ਰੇਨਮ ਤੱਕ ਸਾਰਾ ਆ ਗਿਆ ਜੀ। ਐਸਿਕਸ ਵੀ ਆ ਜਾਂਦਾ ਇਹਦੇ ਚ। ਸੋ ਇਲਫੋਰਡ, ਬੈਜ਼ਲਡਨ ਵਗੈਰਾ ਏਰੀਆ ਜੋ ਹੈਗੇ ਆ, ਹੋਨਚਰਚ, ਅਪਮਿੰਸਟਰ, ਇਹ ਏਰੀਆਜ਼, ਸਾਊਥ ਐਂਡ, ਐਲਮਬ੍ਰਿਜ ਜੋ ਸਰੀ ਦੇ ਵਿੱਚ ਆ, ਉਹ ਟੇਅਰ 2 ਚ ਆ ਜਾਂਦਾ। ਖੰਬਰੀਆ ਦੇ ਵਿੱਚ ਬੈਰੋ ਇਨ ਫਰਨਸ, ਯੋਰਕ, ਨਾਰਥ ਈਸਟ ਡਰਬੀਸ਼ਾਇਰ, ਚੈਸਟਰਫੀਲਡ ਐਂਡ ਏਅਰਵਾਸ਼ ਇਨ ਡਰਬੀਸ਼ਾਇਰ। ਸੋ ਇਹ ਜੋ ਹੈਗੇ ਆ ਇਹ ਟੇਅਰ 2 ਚ ਆ ਜਾਣੇ ਆ ਅੱਜ ਰਾਤ ਤੋਂ ਬਾਅਦ, ਇਹ ਏਰੀਆ ਦੇ ਵਿੱਚ ਆ ਜਾਣੇ ਹੈਗੇ ਆ। ਰਾਈਟ, ਟੇਅਰ 3 ਚ ਕੀ ਕੌਣ ਆ? ਟੇਅਰ 3 ਦੇ ਵਿੱਚ ਜੋ ਹੁੰਦਾ ਆ ਉਹ ਵੈਰੀ ਹਾਈ ਅਲਰਟ ਆ ਏਰੀਆਜ਼ ਜੋ ਹੈਗੇ ਆ,
ਟੌਪ ਦੇ ਏਰੀਆਜ਼ ਜਿਹਦੇ ਵਿੱਚ ਖਤਰਾ ਕਾਫੀ ਆ, ਉਹਦੇ ਵਿੱਚ ਜੀ ਸਭ ਤੋਂ ਜ਼ਿਆਦਾ ਖਤਰਨਾਕ ਏਰੀਆ ਉਹ ਆ। ਉਹਦੇ ਵਿੱਚ ਤੁਸੀਂ ਬਾਹਰ ਨਹੀਂ ਕਿਸੇ ਨੂੰ ਮਿਲ ਸਕਦੇ ਜੀ, ਆਪਣੇ ਘਰ ਸਿਰਫ ਤੁਸੀਂ ਰਹਿ ਸਕਦੇ ਆ। ਬਾਹਰ ਪੱਬ ਗਾਰਡਨਾਂ 'ਚ ਨਹੀਂ ਤੁਸੀਂ ਜਾ ਸਕਦੇ, ਤੁਸੀਂ ਪਾਰਕਾਂ 'ਚ ਮਿਲ ਸਕਦੇ ਲੋਕਾਂ ਨੂੰ, ਬੀਚਾਂ ਦੇ ਇਸ ਮੌਸਮ 'ਚ ਬੀਚ ਤੇ ਸਵਾਹ ਜਾਣਾ, ਕੰਟਰੀ ਸਾਈਡ ਫੋਰੈਸਟ 'ਚ, ਪਰ 6 ਬੰਦਿਆਂ ਤੋਂ ਜ਼ਿਆਦਾ ਨਹੀਂ। ਸੋ ਟੀਅਰ 3 ਦੇ ਏਰੀਆ ਵਿੱਚ ਨਾ ਤੁਸੀਂ ਜਾ ਸਕਦੇ ਅੰਦਰ, ਨਾ ਬਾਹਰ ਜਾ ਸਕਦੇ ਆ। ਉਹਦੇ ਵਿੱਚ ਸਿਰਫ ਕੰਮ ਲਈ ਜਾ ਸਕਦੇ ਆ, ਐਜੂਕੇਸ਼ਨ ਜਾਂ ਤੁਹਾਡੇ ਕੋਲ ਕੋਈ ਕੇਅਰਿੰਗ ਰਿਸਪੌਂਸਿਬਿਲਿਟੀ। ਯੂ ਆਰ ਐਡਵਾਈਜ਼ਡ ਨਾਟ ਟੂ ਗੋ ਇਨਟੂ ਅ ਟੀਅਰ 3 ਏਰੀਆ। casinos, betting shops, gambling arcades, ਇਹ ਸਾਰੇ ਬੰਦ ਕੀਤੇ ਗਏ ਟੀਅਰ 3 areas। gyms ਉਹ ਵੀ ਬੰਦ ਕੀਤੀਆਂ ਗਈਆਂ ਟੀਅਰ 3 ਏਰੀਆ ਦੇ ਵਿੱਚ। ਅੱਜ ਰਾਤ ਤੋਂ ਲੈਂਕਸ਼ਾਇਰ ਜੋ ਹੈਗਾ ਆ ਪੂਰਾ, ਉਹ ਟੀਅਰ 3 ਦੇ ਵਿੱਚ ਆ ਜਾਣਾ। ਸੋ ਉਹਦੇ ਵਿੱਚ casinos, bingo halls, bookmakers, betting shops, soft play areas, arcades, all got to close। ਉਹਦੇ ਵਿੱਚ ਬੂਟ ਸੇਲ ਤੇ ਮਾਰਕੀਟਾਂ ਵੀ ਬੰਦ ਇਹਨਾਂ ਨੇ ਕਰ ਦੇਣੀਆਂ ਜੋ ਹੈਗਾ। ਸੋ ਦੈਟ ਇਜ਼ ਉਹਨਾਂ ਨੇ ਇਹ ਪਲਾਨ ਕੀਤਾ। ਇਹਦੇ ਵਿੱਚ ਹੁਣ ਰੌਲਾ ਇਸ ਵੇਲੇ ਪੈ ਰਿਹਾ ਕਿਉਂਕਿ ਜੋ ਮੈਨਚੈਸਟਰ ਦਾ ਮੇਅਰ ਆ ਐਂਡੀ ਬਰਨਮ, ਉਹ ਕਹਿ ਰਿਹਾ ਆਪਾਂ ਇਹ ਚੀਜ਼ ਦਾ ਵਿਰੋਧ ਕਰਨਾ, ਆਪਣਾ ਇਹ ਟੀਅਰ 3 ਚਲ ਗਏ, ਸਾਡੀ ਬਿਜ਼ਨਸਾਂ ਦੀ ਬਹੁਤ ਤਹਿਸ ਨਹਿਸ ਹੋ ਜਾਣੀ ਆ, ਲੋਕਾਂ ਨੂੰ ਬਹੁਤ ਇਹਦਾ ਘਾਟਾ ਪੈਣਾ। ਬੋਰਿਸ ਜੌਨਸਨ ਨੇ ਕਿਹਾ ਦੇਖੋ ਬੰਦੇ ਬਣ ਕੇ ਮੰਨ ਜਾਓ, ਨਹੀਂ ਤਾਂ ਫਿਰ ਜ਼ਬਰਦਸਤੀ ਕਰਨੀ ਪੈਣੀ ਆ, ਮੇਰੇ ਕੋਲ ਪਾਵਰ ਹੈਗਾ ਕਿ ਜ਼ਬਰਦਸਤੀ ਮੈਂ ਟੀਅਰ 3 ਤੁਹਾਨੂੰ ਲੈ ਕੇ ਜਾਵਾਂ। ਇਸ ਵੇਲੇ ਆਹੀ ਇਹਨਾਂ ਦਾ ਝਗੜਾ ਚੱਲ ਰਿਹਾ, ਪਰ ਦੇ ਆਰ ਪਲਾਨ। ਸੋ ਫਰਮ ਟੁਨਾਈਟ ਲੈਂਕਸ਼ਾਇਰ goes down, ਜਿਹਦੇ ਵਿੱਚ ਮੈਨਚੈਸਟਰ ਆਉਂਦੇ ਆ, ਬੋਲਟਨ and other places, Preston, Burnley I think as well, ਉਹਦੇ ਵਿੱਚ ਇਹ ਕਰੂਗੇ, ਲੈ ਕੇ ਜਾਓਗੇ। So that is ਜੋ ਸਿਚੁਏਸ਼ਨ ਹੈਗਾ ਆ ਇਸ ਵੇਲੇ ਹੈਗਾ ਆ। ਤੁਸੀਂ ਆਪਣੇ ਜੇ ਏਰੀਆ ਦੇਖਣੇ ਆ ਕਿ ਜੀ ਕਿਹੜੇ ਕਿਹੜੇ ਟੀਅਰ 'ਚ ਆ, ਜਿੱਦਾਂ ਬਰਮਿੰਗਮ ਟੀਅਰ 2 'ਚ ਆਲਰੇਡੀ ਹੈਗਾ ਆ, ਜੋ ਆਪਣਾ ਲੰਡਨ ਆ ਉਹ ਅੱਜ ਤੱਕ ਟੀਅਰ 2 'ਚ ਆ ਜਾਣਾ ਹੈ। ਜਿਹੜੇ ਟੀਅਰ 1 ਵਾਲੇ ਏਰੀਆ ਆ ਉਹ ਤੁਸੀਂ ਬਚੇ ਹੋਣ ਥੋੜੇ ਜਿਹੇ, ਜਿੱਦਾਂ ਮੌਜੂਦਾ ਚੱਲ ਰਿਹਾ। ਟੀਅਰ 3 ਦੇ ਏਰੀਆ ਆ ਉਹਦੇ ਵਿੱਚ ਤਕਰੀਬਨ ਕਾਫੀ ਟਾਈਟ ਆ ਕੰਮ। ਤੁਸੀਂ ਚੈੱਕ ਕਰਨਾ ਆ ਜੀ, ਤੁਸੀਂ BBC ਦੀ ਵੈਬਸਾਈਟ ਤੇ ਜਾ ਕੇ ਕੋਵਿਡ ਚੈਕਰ ਹੈਗਾ ਫॉर द ਏਰੀਆ, ਐਂਡ ਇਫ ਯੂ ਗੋ ਟੂ ਦ BBC ਨਿਊਜ਼ ਵੈਬਸਾਈਟ, this is what COVID tier is my area in, and you can see it straight away, you can put your postcode in, ਤਾਂ ਉਹਦੇ ਵਿੱਚ ਉਹ ਦੱਸ ਦਿੰਦੇ ਆ ਕਿ ਜੀ ਕਿਹੜੇ ਵਿੱਚ ਆ। ਇਸ ਵੇਲੇ ਜੀ ਜੋ ਲੈਂਕਸ਼ਾਇਰ ਦਾ ਏਰੀਆ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਹੈਗਾ ਆ। ਉਹਦੇ ਵਿੱਚ ਜੋ ਇਹ ਕਹਿੰਦੇ ਆ ਕਿ look, this area is in big trouble at the moment, the rise ਜੋ ਹੈਗਾ ਜਾ ਰਿਹਾ ਕਾਫੀ fast। What else is happening? Right, ਖੋ ਤਾਂ ਬਹੁਤ ਕੁਛ ਰਿਹਾ ਜੀ, ਬਹੁਤ ਕੁਛ ਰਿਹਾ। ਹੁਣ ਤੁਹਾਨੂੰ ਕੀ ਦੱਸੀਏ। ਇੱਕ ਇਹਨਾਂ ਨੇ ਰਿਪੋਰਟ ਵੀ ਇਹਨਾਂ ਦੀ ਨਿਕਲੀ ਆ ਜੀ ਕਿ ਸਭ ਤੋਂ ਜ਼ਿਆਦਾ ਜੋ ਲੋਕਾਂ ਨੂੰ ਖਤਰਾ ਆ ਇਸ ਵੇਲੇ ਕੋਵਿਡ ਦਾ, ਉਹ ਹੈਗੇ ਆ ਜੀ ਕਾਲੇ ਰੰਗ ਦੇ ਮਰਦ, ਜਿਨ੍ਹਾਂ ਨੂੰ ਫਿਰ ਬਲੈਕ ਮੇਲਸ ਆਰ ਦ ਮੋਸਟ ਹਾਈ ਰਿਸਕ ਆਫ ਡਾਈਂਗ ਫਰਮ ਕੋਵਿਡ ਐਟ ਦ ਮੋਮੈਂਟ। ਇਹ ਇਹਨਾਂ ਦੀ ਰਿਸਰਚ ਨੇ ਕੁਝ ਮਹੀਨਿਆਂ ਤੋਂ ਬਾਅਦ ਇਹ ਦੱਸਿਆ that they're the ones who are really in trouble at the moment, a biggest threat of dying due to COVID. It is the latest report that they've done. There's a lot more stuff going on as well. बोरिस जॉनसन कहता जी देखो कि मैं नहीं चाहता कि दूजा लॉकडाउन होवे पूरा, क्योंकि नुकसान बहुत होंदा, इसलिए इन जो हैगा कंट्रियां नूं 3 धिरां च स्प्लिट कर चुका है। लेबर का जो केयर स्टामर आ वो कह रहा जी कि लॉकडाउन कर दो तुसीं, क्योंकि नहीं तो यह संभी नहीं जानी। तो जो साइंटिस्ट है इन्हां दी गवर्नमेंट के वो भी यही कहते हैं कि जी लॉकडाउन हो जानी चाहिए सी। कहते सी 3 हफ्ते पहला इस गवर्नमेंट को दस दिता सीगा कि लॉकडाउन करो, बाकी हुण ये फॉलो कर ना कर अपना अपना काम क्लीयर करता। ओदी उन्हां दी एडवाइस पढ़ के ही केयर स्टामर कहता कि जी लॉकडाउन होना चाहिए या नहीं। पर बोरिस जॉनसन तो गवर्नमेंट का कहना यह है, तो कुछ लोगों का भी ये कहना है कि जी कि जिथे ज़्यादा खतरा नहीं उन्होंने आप पूरी लॉकडाउन क्यों कर दईए, जिथे ज़्यादा खतरा आ असी एरिया के हिसाब नाल लोकल लॉकडाउन जो है वो इनफोर्स करिए। ये जो एरिया टाइट हो रहा काम टेयर्स का, ये लोकल लॉकडाउन सदे आ।
सो ये देखूगे जी ਇਹਦਾ what they trying to देख के जी ਕਿਹੜੀ ਏਰੀਆ 'ਚ ਖਤਰਾ ਹੈ ਤੇ ਉੱਤੇ ਜ਼ਿਆਦਾ ਅਸੀਂ ਸੀਰੀਅਸਲੀ ਰਿਸਟ੍ਰਿਕਸ਼ਨ ਲਈਏ ਕਿ ਜਿਹਦੇ 'ਚ ਜਿੰਨਾ ਜ਼ਿਆਦਾ ਖਤਰਾ ਨਹੀਂ ਉਹਨਾਂ ਤੇ ਅਸੀਂ ਕਾਹਨੂੰ ਉਹੀ ਨੈਸ਼ਨਲ ਵਾਲਾ ਲਾਕਡਾਊਨ ਕਰੀਏ। ਸੋ ਦਿਸ ਇਜ਼ ਇਹਨਾਂ ਦੀ ਸੋਚਣੀ ਜੋ ਹੈਗੀ ਆ ਇਹਦੇ ਪਿੱਛੇ ਆ ਸੋਚਣੀ ਜੀ। ਸੋ ਦਿਸ ਜੀ ਇਹਦੇ ਵਿੱਚ ਜੋ ਹੈਗਾ ਆ ਇਹ it's you know it is what it is। उधर ਆਪਾਂ ਜੇ ਸੋਚੇ ਕਿ ਯੂਰਪ ਵਾਲ ਠੀਕ ਹੈ ਜੀ, ਉਧਰ ਸਪੇਨ ਵੀ ਬੁਰਾ ਹਾਲ ਹੋਇਆ ਪਿਆ ਜੀ। ਪਿਛਲੇ 24 ਘੰਟਿਆਂ ਦੇ ਵਿੱਚ 222 ਬੰਦੇ ਪੂਰੇ ਹੋ ਰਹੇ ਆ ਸਪੇਨ ਦੇ ਵਿੱਚ ਹੋ ਗਏ। that's the worst figure for a whole week। ਸੋ ਯੂਰਪ ਵਿੱਚ ਵੀ ਇਹ ਜੋ ਹੈਗਾ ਵੱਧਦੀ ਆ ਰਹੀ ਆ। ਇਹ ਲਹਿਰ ਜੋ ਹੈਗਾ ਪੂਰਾ ਯੂਰਪ 'ਚ ਤੇ ਯੂਕੇ ਦੇ ਵਿੱਚ ਜੋ ਹੈਗਾ ਇਸ ਵੇਲੇ ਰੇਟ ਵੱਧਦੇ ਜਾ ਰਹੇ ਆ। 24 ਘੰਟਿਆਂ ਦੇ ਵਿੱਚ ਸਪੇਨ ਦੇ ਵਿੱਚ 15,000 ਇਨਫੈਕਸ਼ਨ ਹੋ ਗਏ ਆ। ਐਨ ਉਹ 'ਚ ਜਿੱਦਾਂ ਮੈਂ ਤੁਹਾਨੂੰ ਦੱਸਿਆ 222 ਜੋ ਹੈਗੇ ਆ ਲੋਕ ਪੂਰੇ ਹੋ ਚੁੱਕੇ ਆ। ਸਕਾਟਲੈਂਡ, ਨਾਰਦਰਨ ਆਇਰਲੈਂਡ ਤੇ ਵੇਲਜ਼ ਨੇ ਆਪਣੇ ਵੱਖਰੇ ਵੱਖਰੇ ਰੂਲਸ ਜੋ ਹੈਗੇ ਆ ਬਣਾਏ ਹੈਗੇ ਆ। ਐਂਡ ਦੇ ਤੁਸੀਂ BBC ਨਿਊਜ਼ ਦੀ ਵੈਬਸਾਈਟ ਤੇ ਜਾਓਗੇ they will tell you exactly ਕਿ ਜੀ ਕੀ ਹੋ ਰਿਹਾ ਕੀ ਨਹੀਂ ਐਂਡ ਉਹਨਾਂ ਦੇ ਏਰੀਆ ਵਿੱਚ ਕੀ ਕੀ ਰੂਲਸ ਆ ਕੀ ਨਹੀਂ। ਐਵਰੀ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਕਰ ਰਹੇ ਹੈਗੇ ਆ। ਸੋ ਲਿਵਰਪੂਲ ਆਲਰੇਡੀ ਟੀਅਰ 3  'ਚ ਹੈਗੀ ਆ। ਮੈਨਚੈਸਟਰ ਜੋ ਲੱਗਦਾ ਆ ਕਿ ਅੱਜ ਟੀਅਰ 3 'ਚ ਆਊਗੀ। ਬਲੈਕਪੂਲ, ਬਲੈਕਬਰਨ, ਫਲੀਟਵੁੱਡ ਇਹ ਸਭ ਆਊਗੇ ਟੀਅਰ 3 ਦੇ ਵਿੱਚ। ਲੈਂਕਸ਼ਾਇਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਾਰਾ ਆ ਜਾਣਾ ਇਹਦੇ ਵਿੱਚ। ਪਰ ਲੈਂਕਸ਼ਾਇਰ ਵਿੱਚ ਇਹਨਾਂ ਨੇ ਇਹ ਕਿਹਾ ਕਿ ਜੀ ਜਿਮ ਖੁੱਲੇ ਰਹੂਗੇ। But the main things, casinos, bingo halls, bookmakers, betting shops, soft play areas, they're all going to close. The new restrictions ਇੱਥੇ ਆਊਗਾ Burnley, Blackburn, Darwin, Blackpool, Chorley, Floyd, Hinburn, Lancaster, Pendle, Preston, Ribble Valley, Rosendale, South, Ribble, West Lancashire, Wyre. So ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ these are going to get new ਜੋ ਹੈਗੇ ਆ restrictions। ਮੈਨਚੈਸਟਰ ਦਾ ਵੀ ਹੁਣ ਉਹੀ ਰੌਲਾ ਪੈ ਰਿਹਾ ਜੀ ਆਪਸ ਵਿੱਚ। ਪਰ ਜਿੱਥੇ ਤੱਕ ਬੋਰਿਸ ਕਹਿੰਦਾ ਦੇਖੋ ਜੀ ਤੁਸੀਂ ਮੰਨ ਜਾਓ ਨਹੀਂ ਤਾਂ I'll bring it down, I'll bring it into a lockdown, I'll bring it into tier 3 ਦੇ ਪਾਵਰਸ ਇਹਨਾਂ ਕੋ ਹੈਗੇ ਆ। ਜੋ ਇਹਨਾਂ ਦਾ R ਨੰਬਰ ਆ ਉਹਦੇ ਵਿੱਚ ਉਹ ਅਪ ਹੋ ਗਿਆ ਸਲਾਈਟਲੀ। ਉਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ it's 1.3 ਦੇ ਵਿੱਚ ਕਰੀ ਜਾਂਦਾ। is now between 1.3 and 1.5। last week it was 1.2, between 1.2 and 1.5। so R number ਜੋ ਹੈਗਾ ਇਹਨਾਂ ਦਾ it's 1.3 to 1.5 ਦਾ ਇਹ ਮਤਲਬ ਆ ਕਿ 10 ਬੰਦੇ ਜੋ ਹੈਗੇ ਆ ਇਹ 13 ਹੋਰ ਨੂੰ ਦੋਗੇ ਜੇ 1.3 ਆ, ਜਾਂ 10 ਬੰਦੇ 15 ਹੋਰ ਨੂੰ ਪਾਸ ਔਨ ਕਰੋਗੇ। That's how the R numbers worked out. The R numbers worked out that every 10, if it's 1.3, it means for every 10 people who get infected, they will pass it on to another 13. So that's how it increases. And when that gets over 1, then that means the virus is spiraling out of control. If it's under 1, it means it's being controlled. So for the past few weeks now, it's been above 1. That means it's spiraling out of control. ਇਹਦਾ ਆ ਹੁੰਦਾ ਆ ਮਤਲਬ R ਨੰਬਰ। ਸੋ ਜਦੋਂ ਇਹ R ਨੰਬਰ ਕਹਿੰਦੇ ਆ ਤਾਂ ਤੁਸੀਂ ਦੇਖ ਲਿਆ ਕਰੋ ਜੇ ਇਹ ਕਹਿਣ ਕਿ 1.3 ਆ ਇਹਦਾ ਮਤਲਬ ਜੇ 10 ਨੂੰ ਹੋ ਗਈ ਤਾਂ 13 ਨੂੰ ਇਹਨਾਂ ਨੇ ਗਾਹਾਂ ਦੇਣੀ ਆ। ਜੇ 1.5 ਹੈ ਤਾਂ ਮਤਲਬ ਜੇ 10 ਨੂੰ ਇਨਫੈਕਸ਼ਨ ਹੋ ਗਈ ਤਾਂ ਉਹਨਾਂ ਨੇ 15 ਹੋਰਾਂ ਨੂੰ ਦੇਣੀ ਆ। ਇਸ ਰੇਟ ਦਾ ਜੋ ਰੇਟ ਦਾ ਵਾਧਾ ਆ ਜੀ ਇਹ ਵਾਇਰਸ ਦਾ ਇਹ ਉਹਦਾ ਰੇਟ ਆ ਇਹ R ਨੰਬਰ ਜੋ ਹੈ। ਅਕਸਰ ਤੁਸੀਂ ਸੁਣਿਆ ਹੋਊਗਾ, ਸ਼ਾਇਦ ਤੁਹਾਨੂੰ ਪਤਾ ਨਹੀਂ ਹੋਊਗਾ ਕਿ ਇਹਦਾ ਮਤਲਬ ਕੀ R ਨੰਬਰ ਦਾ। ਮੈਨੂੰ ਵੀ ਨਹੀਂ ਪਤਾ ਸੀਗਾ ਜਦ ਤੱਕ ਮੈਂ ਪੜ੍ਹਨ ਲੱਗਾ ਪ੍ਰੋਪਰਲੀ। ਤਾਂ ਮੈਂ ਸੋਚਿਆ ਮੈਂ ਸਮਝਾਊਂਗਾ ਕਿੱਦਾਂ। ਫਿਰ ਇੱਦਾਂ ਜੋ ਜਟਕਾ ਸਟਾਈਲ ਹੈ ਆਪਣਾ ਦੇਸੀ ਸਟਾਈਲ ਇੱਦਾਂ ਹੀ ਸਮਝਾ ਹੁੰਦਾ ਕਿ 10 ਬੰਦੇ ਗਾਹਾਂ 13 ਨੂੰ ਦਿੰਦੇ ਜਾਂ ਗਾਹਾਂ 15 ਨੂੰ ਦਿੰਦੇ ਆ। ਫਿਰ ਉਹਨਾਂ 'ਚੋਂ ਦੇਖ ਲਓ ਉਹ ਗਾਹਾਂ ਫੈਲਾਉਂਦੇ ਆ, ਫਿਰ ਇੱਦਾਂ ਫੈਲਦੀ ਇਹ ਜਾਂਦੀ ਆ, ਫਿਰ ਇੱਦਾਂ ਹਜ਼ਾਰਾਂ ਨੂੰ ਹੋ ਜਾਂਦੀ ਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦਿਨ 'ਚ ਕਿੰਨੇ ਹਜ਼ਾਰਾਂ ਨੂੰ ਹੋ ਰਹੀ ਆ। ਅਬਵ 15,000 ਲੋਕਾਂ ਨੂੰ ਤਾਂ ਦਿਹਾੜੀ ਦੇ ਹੁਣ ਕੇਸ ਜੋ ਹੈਗੇ ਆ ਇਨਫੈਕਸ਼ਨ ਹੋ ਰਹੇ ਆ। ਤੇ ਜੋ ਮੌਤਾਂ ਹੋ ਰਹੀਆਂ ਉਹ ਸਲੋਲੀ ਹੁਣ ਅਪ ਹੋ ਰਹੀਆਂ। ਜੇ ਤੁਸੀਂ ਪਿਛਲੇ ਹਫ਼ਤਿਆਂ 'ਚ ਤੁਸੀਂ ਦੇਖੋ ਕਈ ਰੇਟਾਂ ਤਾਂ ਸਮਰ ਦੇ ਵਿੱਚ ਡਾਊਨ ਰਿਹਾ ਕਿ ਥੋੜ੍ਹੇ ਰਹੇ ਕਿ 10 ਬੰਦੇ ਪੂਰੇ ਹੋ ਗਏ ਦਿਹਾੜੀ ਦੇ 9 ਹੋ ਗਏ। ਹੁਣ ਇਹ ਫਿਰ ਉਸ ਰੇਟ 'ਤੇ
ਕਹਿੰਦੇ ਚੜ੍ਹਦੀ ਜਾ ਰਹੀ ਤਾਂ ਇਹ ਮੈਜਰਸ ਇਹਨਾਂ ਨੇ ਲਏ ਆ। ਕਹਿੰਦੇ ਜੇ ਅਸੀਂ ਨਾ ਕੁਛ ਕਰੀਏ ਤਾਂ ਫਿਰ ਉਹੀ ਚੱਜ 'ਤੇ ਹੋਣਾ ਕਿ ਜਦੋਂ 1000 ਬੰਦਾ ਮਰਦਾ ਸੀ ਤੇ ਸ਼ਾਇਦ ਉਸ ਤੋਂ ਵੀ ਜ਼ਿਆਦਾ, ਜਿੱਦਾਂ ਅਮਰੀਕਾ 'ਚ ਵੀ ਬੁਰਾ ਹਾਲ ਹੋਇਆ ਪਿਆ, ਕਿ ਉਹ ਚੀਜ਼ ਇਹ ਚਾਹੁੰਦੇ ਨਹੀਂ ਕਿ ਇੱਥੇ UK ਦੇ ਵਿੱਚ ਹੋਵੇ। ਰਾਈਟ, ਲੈਟਸ ਹੈਵ ਅ ਲੁੱਕ ਕਿ ਕੀ ਹੋ ਰਿਹਾ ਕੀ ਨਹੀਂ। ਜੋ ਇਹਨਾਂ ਦੇ ਸਾਇੰਟਿਸਟਾਂ ਨੇ ਅੰਦਾਜ਼ੇ ਲਾਏ ਸੀਗੇ ਨਾ, ਜਦੋਂ ਮਾਰਚ ਵਿੱਚ ਇਹਨਾਂ ਨੇ ਅੰਦਾਜ਼ੇ ਲਾਏ ਸੀ ਕਿ ਜੀ ਤਕਰੀਬਨ ਤੁਹਾਡਾ 50 ਤੋਂ 60 ਹਜ਼ਾਰ ਬੰਦਾ ਪੂਰਾ ਹੋ ਸਕਦਾ ਸਮਰ ਤੱਕ। ਤਾਂ ਉਹਦੇ ਵਿੱਚ ਇਹ ਤਕਰੀਬਨ ਸਹੀ ਰਹੇ ਆ ਜੋ ਇਹਨਾਂ ਦੇ ਸਾਇੰਟਿਸਟ ਹੈਗੇ ਆ, ਜੋ ਇਹਨਾਂ ਦੀ ਕਮੇਟੀ ਆ ਸੇਜ ਇਹਨਾਂ ਦਾ ਅੰਦਾਜ਼ਾ। ਸੋ ਉਸ ਹਿਸਾਬ ਨਾਲ ਇਹ ਚੱਲੀਏ ਤੇ ਇਹ ਤਕਰੀਬਨ ਸਹੀ ਸੀਗੇ ਜੋ ਇਹਨਾਂ ਦੇ ਡੇਟਾ ਸੀਗੇ। ਇਟ ਵਾਸ ਓਕੇ। ਉਹ ਜੋ ਲੋਕਡਾਊਨ ਕੀਤਾ ਗਿਆ ਉਹ ਤਕਰੀਬਨ ਬਚਾ ਗਿਆ ਬਹੁਤ ਜਾਨਾਂ ਨੂੰ ਬਚਾ ਗਿਆ। ਸੋ ਇਹਨਾਂ ਨੇ ਜਦੋਂ ਲੋਕਡਾਊਨ ਕੀਤਾ ਨਾ, ਆਪਾਂ ਅੰਡਰਸਟੈਂਡ ਕਰਦੇ, ਗਵਰਨਮੈਂਟ ਅੰਡਰਸਟੈਂਡ ਕਰਦੀ ਹੈ ਕਿ ਜੀ ਕਿ ਲੋਕਡਾਊਨ ਜੋ ਹੈਗਾ ਕਿਸੇ ਨੂੰ ਪਸੰਦ ਨਹੀਂ ਹੈਗਾ, ਬਟ ਇਹ ਵੀ ਹੁਣ ਪੁਸ਼ਟ ਆ। ਕੁਛ ਲੋਕ ਕਹਿੰਦੇ ਆ ਕਿ ਜੀ ਛੱਡੋ ਲੋਕਡਾਊਨ ਨੂੰ, ਜਿਨ ਮਰਨਾ ਆ, ਪਰ ਆਪਣਾ ਰੋਜੀ ਰੋਟੀ ਤਾਂ ਨਾ ਮਾਰੀਏ, ਆਪਾਂ ਹੋਰ ਮਰ ਜਾਣਾ ਲੋਕਾਂ ਨੇ ਜੇ ਰੋਜੀ ਰੋਟੀ ਖਤਮ ਹੋ ਗਈ। ਕੁਛ ਲੋਕ ਕਹਿ ਰਹੇ ਕਿ ਵੀ ਮਰਨਾ ਕੀ ਹੈ, ਮਰਨਾ ਤਾਂ ਸਿਆਣਿਆਂ ਨੇ ਆ, ਤੇ ਗੱਲ ਤਾਂ ਫੈਲਾਉਣ ਦੀ ਆ। ਗੱਲ ਤਾਂ ਜੇ ਯੰਗਸਟਰ ਬਾਹਰ ਚਲ ਗਏ ਤਾਂ ਉਹਨਾਂ ਨੂੰ ਹੋ ਵੀ ਗਿਆ, ਉਹਨਾਂ ਨੇ ਤਾਂ ਮਰਨਾ ਨਹੀਂ, ਉਹਨਾਂ ਨੇ ਕਹਾ ਸਿਆਣਿਆਂ ਨੂੰ ਦੇ ਕੇ ਸਿਆਣਿਆਂ ਨੂੰ ਮਾਰਨਾ, ਤੇ ਜ਼ਰੂਰ ਆਪਾਂ ਸਿਆਣਿਆਂ ਦੇ ਦੁਸ਼ਮਣ ਬਣਨਾ। ਆਪਾਂ ਹੁਣ ਆਪਣਾ ਦੇਖਣਾ ਕਿ ਇੰਡੀਵਿਜੂਅਲੀ ਸਾਡੇ ਘਰ ਦਾ ਕਿੱਦਾਂ ਸਰਦਾ ਕਿੱਦਾਂ ਨਹੀਂ, ਕਿ ਰਿਸਕ ਆਪਾਂ ਲੈ ਸਕਦੇ ਹਾਂ ਜਾਂ ਨਹੀਂ ਲੈ ਸਕਦੇ। ਜੇ ਤੁਹਾਡੇ ਘਰ 'ਚ ਸਿਆਣੇ ਆ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਆ, ਸ਼ੂਗਰ ਆ, ਆਪਰੇਸ਼ਨ ਹੋਏ ਆ, ਜਿਹਨਾਂ ਹੋਰ ਕੋਈ ਬਿਮਾਰੀਆਂ ਹੈਗੀਆਂ ਆ, ਸੋ ਆਪਾਂ ਇਸ ਚੀਜ਼ ਨੂੰ ਦੇਖਣਾ ਆ ਕਿ ਜੀ ਕਿ ਉਹ ਸਹਿ ਸਕੂਗੇ ਬਿਮਾਰੀ ਜਾਂ ਨਹੀਂ। ਮੇਨ ਚੀਜ਼ ਆਪਾਂ ਜਿਹੜੇ ਸਿਆਣਿਆਂ ਨਾਲ ਰਹਿੰਦੇ ਆ, ਆਪਾਂ ਨਹੀਂ ਚਾਹੁੰਦੇ ਕਿ ਸਿਆਣਿਆਂ ਨੂੰ ਹੋਵੇ, ਕਿਉਂਕਿ ਬਹੁਤ ਸਿਆਣੇ ਜੋ ਹੈਗੇ ਆ ਪੂਰੇ ਹੋ ਰਹੇ ਆ। ਮੈਂ ਸਵੇਰੇ ਹੀ ਆਪਣੇ ਰੋਡ ਤੋਂ ਗੱਡੀ ਕੱਢੀ ਆ ਤੇ 2 ਕਰੋੜਾਂ ਲੰਘ ਕੇ ਫਿਊਨਰ ਵਾਲੀ ਕਾਰ ਖੜੀ ਸੀਗੀ, ਤੇ ਫਿਰ ਮੈਂ ਅੱਜ ਫੋਨ ਕਰਕੇ ਉਹਨਾਂ ਨੂੰ ਪੁੱਛਿਆ, ਗੁਆਂਢੀਆਂ ਨੂੰ, ਮੈਂ ਕਿਹਾ ਕੀ ਗੱਲ ਹੋਈ? ਉਹ ਕਹਿੰਦੇ ਜੀ ਆ ਬਾਪੂ ਪੂਰੇ ਹੋ ਗਏ ਕੋਵਿਡ ਨਾਲ, ਕਿ ਬਸ ਕਿ ਕੀ ਦੱਸੀਏ, ਕਿ ਕਹਿੰਦੇ ਜੋ ਹੈਗੇ ਜੇ ਆਪਾਂ ਉਹ ਨਿਆਣੇ ਆਏ ਘਰ ਨੂੰ ਤਾਂ ਕਿਸੇ ਕੋਲ ਇਨਫੈਕਸ਼ਨ ਸੀਗੀ ਐਂਡ ਇਨਫੈਕਟਡ। ਸੋ ਇਹ ਜੋ ਇਨਫੈਕਸ਼ਨ ਆਈ, ਇਹ ਹੁਣ ਇਹ ਦੇਖਦੀ ਨਹੀਂ ਤੁਹਾਡੀ ਉਮਰ ਕੀ ਆ, ਲਿਹਾਜ਼ ਕੀ ਆ, ਜਾਂ ਕੀ ਆ, ਰੰਗ ਕੀ ਆ। ਅਨਫੋਰਚੂਨਟਲੀ ਸਥਿਤੀ ਇੱਦਾਂ ਆ। ਹੁਣ ਕੁਛ ਲੋਕ ਕਹਿੰਦੇ ਫਿਰ ਸਕੂਲ ਵੀ ਬੰਦ ਕਰ ਦੇਣੇ ਚਾਹੀਦੇ, ਪਰ ਹੁਣ ਸਕੂਲਾਂ ਨੂੰ ਨਹੀਂ ਇਹਨਾਂ ਨੇ ਬੰਦ ਕਰਨਾ। ਸਕੂਲ ਨਹੀਂ ਇਹ ਬੰਦ ਕਰੂਗੇ ਕਿਸੇ ਹਾਲਾਤ ਵਿੱਚ, ਤੇ ਹੋਰ ਵੀ ਕੁਛ ਜੋ ਹੈਗਾ ਆ ਇਹ ਨਹੀਂ ਬੰਦ ਕਰੂਗੇ। ਦੁਕਾਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਆਪਾਂ ਨਹੀਂ ਬੰਦ ਕਰਨਾ, ਰੈਸਟੋਰੈਂਟਾਂ ਨੂੰ ਹੈਗਾ ਜਾਂ ਆਪਾਂ ਨਹੀਂ ਬੰਦ ਕਰਨਾ, ਕਿਉਂਕਿ ਜੇ ਲੋਕਡਾਊਨ ਦੁਬਾਰਾ ਹੋ ਗਿਆ ਬਹੁਤ ਬਿਜ਼ਨੈਸਿਸ ਸਰਵਾਈਵ ਕਰਨਾ ਔਖਾ ਹੋ ਜਾਣਾ ਆ। ਆਲਸੋ ਇਸ ਮਹੀਨੇ ਦੇ ਐਂਡ ਤੇ ਫਰਲੋ ਖਤਮ ਹੋ ਜਾਣੀ ਆ। ਸੋ ਫਰਲੋ ਜਿਹੜੀ ਸਰਕਾਰ ਤੁਹਾਡੀ ਪੇ ਕਰ ਰਹੀ ਹੈਗੀ ਆ, ਉਹ ਇਹਨਾਂ ਨੇ ਇਸ ਮਹੀਨੇ ਤੋਂ ਬੰਦ ਕਰ ਦੇਣੀ ਹੈਗੀ ਆ। ਤੇ ਇਹਨਾਂ ਨੇ ਨਵੀਂ ਸਕੀਮ ਜੋ ਲੈ ਕੇ ਆ ਰਹੇ ਆ ਅਗਲੇ ਸਾਲ ਤੱਕ, ਉਹਦੇ ਵਿੱਚ ਗੌਰਮੈਂਟ ਜੋ ਹੈਗੀ ਆ ਤੁਹਾਡਾ 1/3 ਹਿੱਸਾ ਸੈਲਰੀ ਦਾ ਦਿਆ ਕਰੇਗੀ, ਤੇ 1/3 ਹਿੱਸਾ ਤੁਹਾਡਾ EMPLOYER ਦਊਗਾ, ਤਾਂ ਤੁਹਾਨੂੰ ਸਿਰਫ 66% ਆਪਣੀ ਤਨਖਾਹ ਦੀ ਮਿਲੇਗੀ ਫਰਲੋ ਦੇ ਤੌਰ ਤੇ। ਇਟਸ ਅ ਬਿਟ ਸਿਮਿਲਰ ਟੂ ਫਰਲੋ 'ਚ ਅੱਗੇ 80% ਮਿਲਦੀ ਸੀਗੀ, ਸੋ ਯੂ ਗੈਟ 66, ਬਟ ਇਸ ਤੋਂ ਬਾਅਦ 31 ਤੋਂ ਬਾਅਦ ਤੁਹਾਡੇ EMPLOYER ਇਹ ਵੀ ਕਹਿ ਸਕਦੇ ਕਿ ਜੀ ਜੋਬ ਹੈ ਨਹੀਂ, ਜੋਬ ਖਤਮ। ਕਿਉਂ ਅੱਗੇ ਤਾਂ EMPLOYER ਤੁਹਾਨੂੰ ਉਹੀ ਦੇ ਰਹੀ ਸੀ ਜੋ ਗੌਰਮੈਂਟ ਦੇ ਰਹੀ ਸੀ, EMPLOYER ਨੂੰ ਦੁੱਖ ਨਹੀਂ ਹੋ ਰਿਹਾ ਸੀ ਕੋਈ। ਹੁਣ 30 ਹਿੱਸਾ ਜੇਬ 'ਚੋਂ ਜਾਣਾ EMPLOYER ਤੋਂ। ਸੋ ਜੇ ਗੌਰਮੈਂਟ ਤੁਹਾਨੂੰ 500 ਪਾਉਂਡ ਦਿੰਦੀ ਆ ਤੇ ਇਹਨਾਂ ਨੂੰ ਵੀ 500 ਪਾਉਂਡ ਦੇਣਾ ਪੈਣਾ ਤੁਹਾਡੇ EMPLOYER ਨੂੰ। ਤੇ ਜੇ EMPLOYER ਦੀ ਇਨਕਮ ਹੈ ਨਹੀਂ ਤਾਂ ਉਹਨਾਂ ਨੇ ਹੋ ਸਕਦਾ ਕਿ ਤੁਹਾਨੂੰ ਕਹਿ ਦੇਵੇ ਕਿ ਜੀ ਜੋਬ ਤੋਂ ਛੁੱਟੀ ਆ। ਇਹਦੇ ਵਿੱਚ ਕੰਮ ਕਾਫੀ ਹਾਰਡ ਹੋ ਜਾਣਾ ਹੈ। ਸੋ ਪਲੀਜ਼ ਆਪਣੇ ਪੈਸਿਆਂ ਦਾ ਸੰਕੋਚ ਕਰੋ, ਬੱਚਤ ਕਰੋ, ਕਿਉਂ ਇਹ ਜੋ ਹਾਲਾਤ ਹੋਣੇ ਆ ਕਈਆਂ ਲਈ ਤੁਹਾਡਿਆਂ ਲਈ ਮਾੜੇ ਹੋਣੇ ਆ। It's not going to be a good time. A lot of you might lose your jobs. And ਇਹ ਆਪਾਂ ਤਾਂ ਹੀ ਸੁਣ ਰਹੇ ਹਾਂ ਕਿ ਜੀ ਜੋ ਹੈਗੇ ਆ ਐਂਡ ਆਫ ਅਕਤੂਬਰ ਤੋਂ ਬਾਅਦ ਅਸਲ ਇਹਦਾ ਕੋਵਿਡ ਦਾ ਜੋ ਅਸਰ ਆ ਪਤਾ ਲੱਗਣਾ ਆ। ਹਾਲੇ ਤੱਕ ਤਾਂ ਜੋ ਲੋਕਾਂ ਦੀ ਜੋਬਾਂ ਬਚੀਆਂ ਰਹੀਆਂ ਫਰਲੋ ਦੇ ਨਾਲ,
बट जो फरलो की स्कीम आ रही हैगी है इस तो बाद 31 तो बाद ਉਹਦੇ ਵਿੱਚ ਸਾਨੂੰ सिर्फ एक 30 हिस्सा ਤੁਹਾਡਾ ਹੈਗਾ गवर्नमेंट ने देने आ, दूआ 30 हिस्सा ਤੁਹਾਨੂੰ एम्प्लॉयर ने देना आ। मतलब जो गवर्नमेंट कहे कि ਤੁਹਾਨੂੰ 500 पाउंड देना आ, 1500 पाउंड ਤੁਹਾਡੀ तनख्वाह आ, तो 500 ਤੁਹਾਡੇ गवर्नमेंट ने देने, 500 ਤੁਹਾਡੇ एम्प्लॉयर ने देने, 500 ਤੁਹਾਨੂੰ ਘਾਟਾ ਖਾਣਾ ਪੈਣਾ उस चीज़ का। सो ਹੁਣ ਘਾਟੇ जो है ਆਪਾਂ ਨੂੰ ਖਾਣੇ ਪੈਣੇ ਆ। ਇਹਨੂੰ ਨਜ਼ਰ ਰੱਖਦੇ ਹੋਏ ਤੁਸੀਂ ਆਪਣਾ ਜੋ ਹੈਗਾ ਆ ਬਚਤ ਕਰਨਾ ਹੈ, ਤੇ ਜੇ ਤੁਹਾਨੂੰ ਕਲੇਮ ਕਰਨਾ ਪਿਆ ਫਿਰ ਤੁਹਾਨੂੰ ਕਲੇਮ ਕਰਨਾ ਪੈਣਾ ਯੂਨੀਵਰਸਲ ਕ੍ਰੈਡਿਟ ਦੇ ਵਿੱਚ। ਉਹਦੇ ਵਿੱਚ ਵੀ ਵਾਧਾ ਹੋਊਗਾ, ਤੇ ਓਬਵੀਅਸਲੀ ਕੋਈ ਵੀ ਨਹੀਂ ਹੁਣ ਜੋ ਹੈਗਾ ਜਿਹੜਾ ਤਨਖਾਹ ਕਰਦਾ ਜੌਬ ਕਰਦਾ ਉਹ ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਕਲੇਮ ਤੇ ਬੈਠਾ। ਬਟ ਹੁਣ ਜੇ ਸਿਚੁਏਸ਼ਨ ਹੀ ਇੱਦਾਂ ਆ ਕਿ ਇਹਦੇ ਵਿੱਚ ਆਪਾਂ ਕੁਛ ਕਰ ਨਹੀਂ ਸਕਦੇ, ਬਿਮਾਰੀ ਫਿਰ ਆ ਗਈ ਹੈ। ਇਹ ਵੀ ਨਹੀਂ ਕਿ ਸਾਡੇ ਹੀ ਮੁਲਕ ਆਈ ਗੱਲ ਹੈ, ਕਈ ਮੁਲਕਾਂ 'ਚ ਆ ਰਹੀ ਹੈ, ਜਿੱਥੇ ਵੀ ਦੇਖੋ ਉੱਥੇ ਹੀ ਟਰਬਲ ਪੈ ਰਹੀ ਹੈ, ਇੱਥੇ ਕੋਈ ਕੰਟਰੋਲ ਨਹੀਂ ਹੋ ਰਿਹਾ। ਬਾਕੀ ਜੋ ਵੈਕਸੀਨ ਦਾ ਟੈਸਟ ਹੈਗਾ ਹੈ ਜੀ ਉਹ ਚੱਲ ਰਹੇ ਹੈਗੇ ਆ। ਚੀਨ ਵਾਲੇ ਥੋੜ੍ਹੇ ਜਿਹਾ ਦਾਅਵਾ ਕਰਦੇ ਆ ਕਿ ਆਪਾਂ ਇੱਕ ਵੈਕਸੀਨ ਟੈਸਟ ਕੀਤੀ ਹੈ ਜਿਹਦੇ ਵਿੱਚ ਇਹ ਕੋਵਿਡ ਨੂੰ ਥੰਮ ਦਿੰਦੀ ਹੈ, ਅਤੇ ਤੁਹਾਡੇ ਵਿੱਚ ਉਹ ਬੋਡੀਜ਼ ਕ੍ਰੀਏਟ ਕਰ ਦਿੰਦੀ ਆ ਜਿਹਦੇ ਨਾਲ ਕੋਵਿਡ ਨੂੰ ਲੜ ਸਕਣ। ਬਟ ਉਹ ਟੈਸਟ ਨਹੀਂ ਹੋਈ ਹਲੇ ਪ੍ਰੋਪਰਲੀ, ਨਾ ਕੋਈ ਉਹਦਾ ਬੈਕਅਪ ਦਿੰਦਾ ਆ। ਹਲੇ ਤਾਂ ਟੈਸਟ ਜਾਰੀ ਕਰ ਲਏ ਮੁਲਕ, ਜਿੱਦਾਂ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਸੀ ਕਿ 40 ਕੁ ਵੈਕਸੀਨਾਂ ਹੈਗੀਆਂ ਜੋ ਇਸ ਵੇਲੇ ਬਣ ਰਹੀਆਂ ਹੈਗੀਆਂ, ਤਾਂ ਹਰ ਮੁਲਕ ਆਪਣਾ ਆਪਣਾ ਬਣਾ ਰਿਹਾ ਤੇ ਦੇਖ ਰਿਹਾ ਜੀ ਕਿ ਕਿਹੜਾ ਸਫਲ ਹੋਊਗਾ ਕਿਹੜਾ ਨਹੀਂ। ਤੇ ਕੋਸ਼ਿਸ਼ ਤਾਂ ਇਹ ਹੈ ਕਿ ਇਹਦੀ ਕੋਈ ਵੈਕਸੀਨ ਬਣੇ, ਪਰ ਜਦ ਤੱਕ ਇਹਦੀ ਕੋਈ ਵੈਕਸੀਨ ਬਣਦੀ ਨਹੀਂ, ਜਦ ਤੱਕ ਤਾਂ ਤੁਹਾਨੂੰ ਖਤਰਾ ਹੀ ਹੈਗਾ। ਤਾਂ ਆਪਣੇ ਆਪ ਨੂੰ ਤੁਸੀਂ ਬਚਾ ਕੇ ਰੱਖੋ। ਇਸ ਵੀਕ ਨਿਊਜ਼ ਦੇ ਵਿੱਚ ਅਨਫੋਰਚੂਨੇਟਲੀ ਸਾਡੇ ਜੋ ਏਰੀਆ ਹੈਗੇ ਆ, ਖਾਸ ਤੌਰ 'ਤੇ ਸਾਊਥ ਹਾਲ ਦਾ, ਉਹ ਕੱਲ੍ਹ ਸਕਾਈ ਨਿਊਜ਼ 'ਤੇ ਸੀਗਾ, ਤਾਂ ਉਹਦੇ ਵਿੱਚ ਕੋਈ ਅੱਛੀ ਖਬਰ ਨਹੀਂ ਆਈ ਉਹਦੇ ਬਾਰੇ, ਖਾਸ ਤੌਰ 'ਤੇ ਕੋਵਿਡ ਬਾਰੇ। ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਬ੍ਰੇਕ ਤੋਂ ਬਾਅਦ। ਬ੍ਰੇਕ ਵੱਲ ਜਾਂਦੇ ਹਾਂ, ਫਿਰ ਮੈਂ ਤੁਹਾਨੂੰ ਸਾਊਥ ਹਾਲ ਦੀਆਂ ਖਬਰਾਂ, ਬਾਕੀ ਹੋਰ ਖਬਰਾਂ ਕੀ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਦੱਸੂਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੈਂ ਤੁਹਾਡਾ ਹਰਜਾਬ। No drama, no exaggerations, just the truth. A complete news bulletin. MATV brings you Doordarshan News at 7 a.m., 11:30 a.m., 8 p.m. and 11 p.m. News the way it should be. या देवी सर्वभूतेषु मात्र रूपेण संस्थिता नमस्तस्यै 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 नमो नमः. Join Mata Ki Chowki this Navratri with Ram Mandir South Hall. Every day live only on MATV Sky Channel 711. यूके का बहुचर्चित हिंदी अखबार जगत वाणी। जिंदगी की समस्या कोई भी हो, नौकरी, धंधा, एजुकेशन या वैवाहिक समाधान के लिए या घर में कोई पूजा करवानी हो तो आज ही आचार्य संजय जी का संपर्क करें। Adjust the way of life with Rudraksh, Gemstones, Yantram, Future Astrology and Vastu Consultancy. Call now Astrologer Acharya Sanjay on 07432 111 452. हिंदू धर्म विश्व का एक महान धर्म है जो विश्व में शांति फैलाने वाला एक ही धर्म है। इसी धर्म की चर्चा के लिए लेट अस टॉक हिंदुइज्म में MATV के माध्यम से आपसे अनुरोध है कि इसको हर रविवार 8:30 से 9:30 अवश्य देखें। मैं ਤੁਹਾਡਾ ਹਰਜਾਬ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਜੀ ਆਇਆਂ ਨੂੰ। ਵੈਲਕਮ ਟੂ ਸ਼ੋ। ਗੱਲ ਸਾਡੀ ਹੋ ਰਹੀ ਹੈ ਜੀ ਜੋ ਹੁੰਦੀ ਹਰ ਫਰਾਈਡੇ ਆਪਾਂ ਯੂਜਲੀ ਇਮੀਗ੍ਰੇਸ਼ਨ ਦੀ ਗੱਲਾਂ ਕਰੀਦੀਆਂ, ਬਟ ਹੁਣ ਇੱਦਾਂ ਦੀ ਸਥਿਤੀ ਵਿੱਚ ਜਿੱਥੇ ਜਾਣ ਨੂੰ ਖਤਰਾ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਵੀਜ਼ਿਆਂ ਬਾਰੇ ਦੱਸਾਂ ਜਾਂ ਐਡ ਦੇਵਾਂ ਜੀ ਕਿ ਵੀਜ਼ੇ ਲਵਾਓ, ਤੁਸੀਂ ਸਟੂਡੈਂਟ ਬਣ ਕੇ ਆਓ ਜਾਂ ਕੋਈ ਗੱਲ ਨਹੀਂ ਇੱਧਰ ਜਾਓ ਇੱਧਰ ਜਾਓ। ਇਹ ਤਾਂ ਬੜੀ ਸਵਾਰਥ ਵਾਲੀ ਗੱਲ ਹੈ ਜੀ। ਇਸ ਲਈ ਮਾਰਚ ਤੋਂ ਬਾਅਦ ਤਕਰੀਬਨ ਮੈਂ ਜ਼ਰੂਰ ਤੁਹਾਨੂੰ ਕੋਰੋਨਾ ਵਾਇਰਸ ਦਾ ਅਪਡੇਟ ਦਿੰਦਾ ਹੈ ਇਸ ਸ਼ੋਅ 'ਤੇ।
ਕਿਉਂਕਿ ਸਾਡੇ ਬਹੁਤ ਲੋਕ ਆ ਇਮੀਗ੍ਰੈਂਟ ਲੋਕ ਸਾਡੇ ਬਜ਼ੁਰਗ ਲੋਕ ਜੋ ਕਿ ਅੰਗਰੇਜ਼ੀ ਵਿੱਚ ਨਹੀਂ ਸਮਝ ਸਕੇ, ਜਿਹਨਾਂ ਨੂੰ ਨਿਊਜ਼ ਨਹੀਂ ਸਮਝ ਆਉਂਦੀ ਜਾਂ ਬੱਚੇ ਨਹੀਂ unable to explain it to your parents. So that's what I've been trying to do ਇਹਦੇ ਵਿੱਚ, ਤੇ I've been trying to explain to you ਖਾਸ ਤੌਰ ਤੇ ਸਾਡੇ ਸਿਆਣਿਆਂ ਨੂੰ ਕਿ ਜੀ ਕੀ ਹੋ ਰਿਹਾ ਕੀ ਨਹੀਂ, ਤਾਂ ਕਿ ਤੁਹਾਡੇ ਸਮਝ ਆਉਣੀ ਚਾਹੀਦੀ ਹੈ ਜੀ ਕਿ ਕੀ ਹੋ ਰਿਹਾ ਕੀ ਨਹੀਂ। ਹੁਣ ਜੀ ਦੇਖੋ ਆਮ ਤੌਰ ਤੇ ਆਪਾਂ ਜੋ ਲੋਕ ਹੈਗੇ ਵੀ ਬੀਇੰਗ ਵੈਰੀ ਰਿਸਪੌਂਸਿਬਲ, ਜਿਹੜੇ ਹੁਣ ਸਿਆਣੇ ਆ ਦੇ ਬੀਇੰਗ ਵੈਰੀ ਰਿਸਪੌਂਸਿਬਲ, ਤੁਹਾਨੂੰ ਮੈਂ ਸ਼ਾਬਾਸ਼ੀ ਵੀ ਦੇ ਦਿੰਦਾ ਸਿਆਣਿਆਂ ਨੂੰ, ਕਿਉਂਕਿ ਤੁਸੀਂ ਇਸ ਚੀਜ਼ ਦੀ ਗੰਭੀਰਤਾ ਨੂੰ ਸਮਝ ਰਹੇ ਆ ਜਾਂ ਨਹੀਂ। ਸਮਝੋਗੇ ਤਾਂ ਬਚੋਗੇ, ਸਿੰਪਲ ਜੀ ਗੱਲ ਹੈ ਇਹਦੇ ਵਿੱਚ, ਨਹੀਂ ਤਾਂ ਬਾਕਸੇ ਅੜੀਕਦੇ ਆ ਜੀ। ਜਿਹੜੇ ਹੁਣ ਫਿਊਨਰਲ ਵਾਲੇ ਆ ਉਹ ਤਾਂ ਅੱਗੇ ਕਹਿੰਦੇ ਕਿ ਆਪਾਂ ਬਿਜ਼ੀ ਬਹੁਤ ਆ, ਬੁਕਿੰਗ ਨਹੀਂ ਮਿਲਦੀ ਭਾਈ, ਉਹ ਤਾਂ ਪਹਿਲਾਂ ਹੀ ਕਾਰਡ ਫੜਾਉਣ ਦਾ ਅਫਸੋਸ ਕਰਨਾ ਹੈ, ਉਹ ਕਾਰਡ ਫੜਾ ਜਾਂਦੇ ਆ, ਭਾਈ ਆਹ ਦੇਖੋ ਮਾੜੇ ਆ, ਅੱਛਾ ਸਿਹਤ ਦੀ ਖਬਰ ਲੈਣ ਆਏ ਸੀ, ਅੱਛਾ ਕੋਈ ਗੱਲ ਨਹੀਂ ਸਾਡੀ ਲੋੜ ਪਈ ਤਾਂ ਦੱਸਿਓ, ਚੰਗੀ ਖਬਰ ਲੈਣ ਆਏ ਤੁਸੀਂ। ਤਾਂ ਦੇਖੋ ਆਪਣੀ ਜਾਨ ਆਪਣੇ ਹੱਥ 'ਚ ਆ, ਬਟ ਅਨਫੋਰਚੂਨੇਟਲੀ ਕੁਛ ਸਾਡੇ ਕਮਿਊਨਿਟੀ ਦੇ ਮੈਂਬਰਸ, ਕੁਛ ਹੋਰ ਕਮਿਊਨਿਟੀ ਦੇ ਮੈਂਬਰਸ are being irresponsible, ਉਹ ਚੀਜ਼ ਨੂੰ ਸਮਝ ਨਹੀਂ ਰਹੇ ਜੀ ਕਿਹੜੇ ਗੰਭੀਰਤਾ ਨਾਲ ਆ। ਇੱਕ ਚੀਜ਼ ਮੈਂ ਇੱਥੇ ਫੋਕਸ ਕਰਨਾ ਚਾਹੁੰਦਾ ਜੀ, ਵਿਆਹਾਂ ਤੇ। ਦੇਖੋ ਮੈਂ ਅੰਡਰਸਟੈਂਡ ਕਰ ਸਕਦਾ ਕਿ ਬਹੁਤ ਲੋਕਾਂ ਨੇ ਆਪਣੇ ਬੱਚਿਆਂ ਦੇ ਵਿਆਹ ਬੁੱਕ ਕੀਤੇ ਹੋਏ, people have probably booked weddings this year and have been planning, and it's the biggest day in your life. Not for those who've been married a few times, because then you've had a few of them days, and then every time you got divorced that has become the biggest day in your life. But no, this is you know, you're looking forward to get married, it's a great time in your life, ਤੁਸੀਂ happy ਆ, you've been planning this day for years, girls and the lads have. However, ਇਹਦੇ ਵਿੱਚ it's very important to realize that if you're going to get married in this situation, you probably won't have that day in that grandeur and splendor that you wanted. So ਇਹ ਬੱਚਿਆਂ ਨੂੰ ਸਮਝਾਉਣ ਦੀ ਗੱਲ ਦੇਖੋ ਹੈਗੀ ਹੈ ਕਿ ਦੇਖੋ ਜੇ ਤੁਸੀਂ ਇਸ ਸਾਲ ਵਿਆਹ ਕਰਨਾ ਹੈ ਇਸ ਹਾਲਾਤਾਂ ਦੇ ਵਿੱਚ, ਤਾਂ ਤੁਹਾਨੂੰ ਸ਼ਾਇਦ ਉਹ ਵਿਆਹ ਤੁਸੀਂ ਨਹੀਂ ਕਰ ਪਾਓਗੇ ਜੋ ਤੁਸੀਂ ਆਪਣੇ ਮਨ 'ਚ ਸੋਚਿਆ ਸੀ ਕਿ ਅਸੀਂ ਵੱਡੇ ਹੋਟਲ ਜੀ 500 ਬੰਦੇ ਸੱਦਾਂਗੇ, ਹੀਰਾ ਗਰੁੱਪ ਨੂੰ ਸੱਦਾਂਗੇ, ਜੱਜੀ ਬੈਂਸ ਨੂੰ ਸੱਦਾਂਗੇ ਜੀ, ਮਲਕੀਤ ਜੀ ਨੂੰ ਸੱਦਾਂਗੇ, ਪ੍ਰੇਮੀ ਨੂੰ ਸੱਦਾਂਗੇ, ਅਤੇ ਇਹਦੇ ਵਿੱਚ ਕਿ ਜੀ ਉਹ ਸਾਡੇ ਚੰਨੀ ਨੂੰ ਸੱਦਾਂਗੇ ਕਿਸੇ ਕੋਲ ਰਹਿ ਨਾ ਜਾਵੇ, ਅਤੇ ਉਹਨਾਂ ਨੂੰ ਆਪਾਂ ਉਹ ਗਾਓਗੇ, ਡੀਜੇ ਸੱਦਾਂਗੇ। ਲਿਖੋ ਉਸ ਹਾਲਾਤਾਂ ਵਿੱਚ ਇਹ ਵਿਆਹ ਤੁਹਾਡੇ ਨਹੀਂ ਪੂਰੇ ਹੋਣੇ। ਸੋ if you are getting married then please rules ਨੂੰ ਤੁਸੀਂ ਸਟਿਕ ਕਰੋ। ਜਿਹੜੇ ਤੁਹਾਡੇ ਵਿਆਹ ਹੋ ਰਹੇ ਆ ਜੀ, ਤੁਸੀਂ 150 ਬੰਦਾ ਸੱਦ ਰਹੇ ਆ, ਰਾਈਟ, ਐਕਚੁਅਲੀ ਇਹ ਇੱਕ ਇਰਰਿਸਪੌਂਸਿਬਲ ਜੀ ਗੱਲ ਆ। ਇੱਕ ਤਾਂ ਡਿਫਰੈਂਟ ਟੱਬਰ ਆ ਕੇ ਇੱਕ ਜਗ੍ਹਾ ਮਿਲਦੇ ਆ ਜੋ ਕਿ ਤੁਹਾਨੂੰ ਪਤਾ ਆ ਕਿ ਅਲਾਉਡ ਨਹੀਂ ਹੈਗਾ। ਦੂਜੀ ਜੋ ਗੱਲ ਹੈਗੀ ਆ ਜੀ ਕਿ ਮੈਂ ਤੁਹਾਨੂੰ ਅੱਗੇ ਵੀ ਦੱਸ ਰਿਹਾ ਕਿ ਜਿਹੜਾ ਆਰ ਰੇਟ ਹੈਗਾ ਆ ਉਹ 1.3 ਤੋਂ 1.5 ਤੋਂ ਚਲੇ। ਜੇ 10 ਬੰਦਿਆਂ ਕੋ ਕੋਵਿਡ ਵੀ ਹੋਇਆ ਜੀ, ਉਹਨਾਂ ਨੇ ਗਾਹਾਂ 15 ਨੂੰ ਹੋਰ ਦੇਣਾ, ਤਾਂ ਉਹ ਤੁਸੀਂ ਦੇਖੋ ਕਿ ਜੀ ਫਿਰ ਉਹ 10 ਨੇ ਕਿੰਨੇ ਨੂੰ ਦੇਣਾ, ਉਹ ਕਿੰਨਿਆਂ ਨੂੰ ਦੇਣਾ, ਇੱਦਾਂ ਤਾਂ ਫੈਲਦੀ ਇਹ ਬਿਮਾਰੀ। ਤੇ ਜੇ 500 ਬੰਦੇ ਤਾਂ ਵੈਸੇ ਹੀ ਨਹੀਂ ਇਕੱਠੇ ਹੋਣੇ ਵਿਆਹ ਤੇ, ਨਾ ਹੀ ਪਾਰਟੀਆਂ ਹੋਣੀਆਂ ਜੀ। ਸੋ ਜੇ ਆਪਾਂ ਵਿਆਹ ਛੋਟੇ ਕਰ ਲਈਏ 20-30 ਬੰਦਿਆਂ ਨਾਲ, ਤੇ ਇਹ ਇੱਕ ਰਿਸਪੌਂਸਿਬਿਲਿਟੀ ਤੁਹਾਡੀ ਪੂਰੀ ਹੁੰਦੀ ਹੈ, ਸਮਝਦਾਰੀ ਸ਼ੋ ਹੁੰਦੀ ਹੈ ਇਹਦੇ ਵਿੱਚ। ਤੁਸੀਂ okay, I understand you won't have the greatest day of your life but your party, but once this is over you can have that all, and that's responsibility. ਜਿਹੜੇ ਲੋਕ ਵਿਆਹ ਕਰ ਰਹੇ ਚੋਰੀ ਛੁਪੇ, 150 ਬੰਦਾ ਜੀ ਐਸ ਗੁਰੂ ਘਰ, 150 ਬੰਦਾ ਆ ਮੰਦਿਰ 'ਚ, ਐਕਚੁਅਲੀ ਤੁਸੀਂ ਰਿਸਕ ਕਰ ਰਹੇ ਆ ਕਿ ਜੀ ਇੱਕ ਤਾਂ ਗੁਰੂ ਘਰਾਂ ਨੂੰ ਤਾਂ ਵੈਨਿਊ ਨੂੰ ਫਾਈਨ ਮਿਲੂਗਾ, that's the one risk, 10,000 ਪਾਉਂਡ ਦਾ ਫਾਈਨ ਹੈ ਵੈਨਿਊ ਦਾ। ਫਿਰ ਜੇ ਤੁਸੀਂ ਆਪ ਫੜੇ ਜਾਂਦੇ ਉੱਥੇ ਤੁਹਾਨੂੰ 1000 ਪਾਉਂਡ ਦਾ ਫਾਈਨ। ਇੱਕ ਤਾਂ ਤੁਸੀਂ ਆਪਣਾ ਤੇਲ ਫੂਕ ਕੇ ਜਾਓ, ਦੂਜਾ 21 ਪਾਉਂਡ ਕਾਰਡ 'ਚ ਵੀ ਪਾਓ, ਫਿਰ 1000 ਪਾਉਂਡ ਦਾ ਫਾਈਨ ਵੀ ਹੋਇਆ, ਤੁਹਾਨੂੰ ਤਾਂ ਵਿਆਹ ਪੈ ਗਿਆ ਜੀ 1,500 'ਚ। ਉਹ ਜਾਣਾ ਸਾਰਾ ਗੌਰਮੈਂਟ ਨੂੰ ਆ, ਤਾਂ ਤੁਹਾਡੇ ਨਿਆਣੇ ਦੇ ਵਿਆਹ ਨੂੰ ਤਾਂ ਨਹੀਂ 1000 ਪਾਉਣਾ ਕਿਸੇ ਨੇ, ਉਹਨਾਂ ਦਾ ਮਾਮਾ ਵੀ ਨਹੀਂ ਪਾਉਂਦਾ ਹੁੰਦਾ। ਹਾਂ ਰਾਈਟ। ਸੋ ਆਪਾਂ ਸਵਾਰਥੀ ਨਾ ਬਣੀਏ। Let's not try and have our big day like normal in these situations. And it's sad, yeah, I agree with you, but it's there. Do you want to be responsible? Does your wedding want to be responsible for 500 people catching COVID and 100 elders dying? Achha,
ਇਹਨਾਂ ਇਵੈਂਟਾਂ ਤੇ ਜਾਣ ਨੂੰ ਜਿੱਦ ਅਨਫੋਰਚੂਨੇਟਲੀ ਸਿਆਣੇ ਕਰ ਰਹੇ ਆ। ਸੋ ਸਿਆਣੇ ਜਦੋਂ ਤੁਹਾਨੂੰ ਕਾਰਡ ਆ ਰਿਹਾ ਜੀ ਵਿਆਹ ਦਾ, ਤਾਂ ਮੋਰੇ ਮੈਂ ਕਈ ਸਿਆਣੇ ਦੇਖੇ ਨਹੀਂ, ਹੁਣ ਸਾਨੂੰ ਤਾਂ ਜਾਣਾ ਪਊ ਜੀ, ਨਿਆਣੇ ਬੇਸ਼ੱਕ ਨਾ ਜਾਣ। ਉਹਨਾਂ ਦੇ ਨਿਆਣੇ ਕਹਿ ਰਹੇ ਵੀ ਡੋਨਟ ਵਾਂਟ ਟੂ ਗੋ, ਸਿਆਣੇ ਕਹਿ ਰਹੇ ਕਿ ਸਾਨੂੰ ਤਾਂ ਜਾਣਾ ਪੈਣਾ ਜੀ। ਦੇਖੋ ਇਹ ਕੋਈ ਬਾਰੀ ਦਾ ਬੱਟਾ ਲਾਉਣ ਵਾਲਾ ਟਾਈਮ ਨਹੀਂ ਹੈਗਾ। ਤੁਸੀਂ ਬਹੁਤ ਪਿਆਰ ਨਾਲ ਸਮਝਾ ਸਕਦੇ ਆ ਜੀ ਕਿ ਸਾਨੂੰ ਲੱਗਦਾ ਡਰ, ਇਹਦੇ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ ਕਿ ਆਪਾਂ ਐਡਮਿਟ ਕਰਾਂਗੇ ਕਿ ਡਰ ਲੱਗਦਾ। ਇਟ ਡਸਨਟ ਮੇਕ ਯੂ less of a person, it just makes you realistic, because डर लगूगा ਤੁਹਾਨੂੰ, ਤੁਸੀਂ ਬਚੋਗੇ। ਜਿਹੜੇ ਲੋਕ ਨਹੀਂ ਡਰੇ ਉਹ ਜੀ ਇਸ ਵੇਲੇ ਅਸਤੀਆਂ ਵਾਲੇ ਜਾਰ 'ਚ ਪਏ ਆ। The people that weren't scared and thought, yeah, we'll go out, doesn't matter, COVID ain't going to get us, well, a lot of them are dead. They're either in a grave or they're in a little jar. ਉਹਨਾਂ ਦੀ ਅਸਤੀਆਂ ਤਾਂ ਵਿਚਾਰੀਆਂ ਗੰਗਾ ਗੁੰਗਾ 'ਚ ਵੀ ਨਹੀਂ ਪਈਆਂ, ਜਾਂ ਕਿਸੇ ਦਰਿਆ 'ਚ ਵੀ ਨਹੀਂ ਪਈਆਂ, ਜਾਂ ਕੀਰਤਪੁਰ ਸਾਹਿਬ ਵੀ ਨਹੀਂ ਪਈਆਂ, ਉਹ ਤਾਂ ਉਹ ਘਰੇ ਹੀ ਪਈਆਂ ਦੱਬੀਆਂ ਦੁੱਬੀਆਂ, ਉਹ ਆਤਮਾ ਵਿੱਚ ਹੀ ਭਟਕੀ ਜਾਂਦੀਆਂ। It's not a funny matter, but it's not how you want to envisage your afterlife, if you believe in that. ਸੋ ਆਪਾਂ ਇਸ ਚੀਜ਼ ਨੂੰ ਅਵੋਇਡ ਕਰੀਏ। ਜੇ ਤੁਸੀਂ ਫੰਕਸ਼ਨ ਕਰ ਰਹੇ ਆ 20-30 ਬੰਦਿਆਂ ਦਾ, then ਪਲੀਜ਼ ਤੁਸੀਂ ਵੀ ਕੋਈ ਸਿਆਣੇ ਨੂੰ ਮਜਬੂਰ ਨਾ ਕਰੋ ਆਉਣ ਲਈ। ਅਕਲਮੰਦੀ ਇਹਦੇ 'ਚ ਆ, ਜਿੱਦਾਂ ਦੇ ਤੁਹਾਡੇ ਸਿਆਣੇ ਆ ਨਾ ਉੱਦਾਂ ਦੇ ਲੋਕਾਂ ਦੇ ਵੀ ਆ ਜਿਨ੍ਹਾਂ ਨੇ ਆਉਣਾ ਗੈਸਟਾਂ ਦੇ, ਤਾਂ ਉਹਨੂੰ ਮਜਬੂਰ ਨਾ ਕਰੋ ਕਿ ਨਹੀਂ ਮਾਸੀ ਤੇ ਤੋਂ ਬਿਨਾਂ ਤਾਂ ਹੋਣਾ ਨਹੀਂ ਵਿਆਹ। ਮਾਸੀ ਤੋਂ ਬਿਨਾਂ ਹੋ ਜਾਣਾ ਜੀ, ਕੋਈ ਗੱਲ ਨਹੀਂ, ਵਿਆਹ ਹੋ ਹੀ ਰਹੇ ਆ। ਮੈਂ ਅੱਜ ਇੱਕ ਰਿਸਪੌਂਸਿਬਲ ਵੈਡਿੰਗ ਦੇਖੀ ਆ। ਮੈਂ ਅੱਜ ਹੈਵਲੌਕ ਰੋਡ, ਤੁਹਾਨੂੰ ਪਤਾ ਆਪਣਾ ਦਫ਼ਤਰ ਆ ਗੁਰੂ ਘਰ, ਉੱਥੇ ਬਿਲਕੁਲ ਦੇ ਨਜ਼ਦੀਕ ਆ। ਮੈਂ ਉੱਥੇ ਗੱਡੀ ਖੜੀ ਕੀਤੀ, ਮੈਂ ਵਿਆਹ ਦੇਖਿਆ ਜੀ ਅੱਜ ਹੁੰਦਾ ਜੋ ਹੈਗਾ ਬ੍ਰਾਈਡ ਐਂਡ ਗਰੂਮ ਕਮਿੰਗ। ਕੁੜੀ ਜੀ ਆਪਣੀ ਡੈਡੀ ਨਾਲ ਆਈ ਗੱਡੀ 'ਚ, ਕੱਲੀ ਉਤਰੀ, walked up the stairs, ਕੱਲੀ ਚਲ ਗਈ। ਮੈਂ ਚੁੱਪ ਕਰਕੇ ਗੱਡੀ 'ਚ ਬੈਠ ਕੇ ਦੇਖਦਾ ਰਿਹਾ। ਮੈਂ ਕਿਹਾ ਦੇਖੋ ਕੀ ਹੁੰਦਾ ਕੀ ਨਹੀਂ। ਮੁੰਡਾ parked up in his car, ਆਪ ਤੁਰ ਕੇ ਜੀ ਆਪ ਆਇਆ। ਇੱਕ ਕੈਮਰੇ ਵਾਲਾ ਮੋਰੇ ਸੀ, ਹੋਰ ਕੋਈ ਨਹੀਂ ਸੀ। On his own, he's just walking down the road. Then I got out of the car and I said, ਮੈਂ ਦੂਰੋਂ ਕਿਹਾ, ਮੈਂ ਕਿਹਾ good luck, and ਉਹ ਕਹਿੰਦਾ thanks. I said, ਚਲੋ at least it's all happening. And he was like, yeah. And I said, you know what, it's very responsible of you. ਮੈਂ ਕਿਹਾ responsible ਆ ਕਿ ਤੂੰ 12 ਬੰਦੇ ਨਾਲ ਨਹੀਂ ਲੈ ਕੇ ਆਇਆ, ਜਾਂ ਘੋੜੀ ਤੇ ਨਹੀਂ ਆਇਆ, ਜਾਂ ਜੋ ਵੀ ਆ। ਉਹ ਕਹਿੰਦਾ ਭਾਜੀ ਹਾਲਾਤ ਹੀ ਇਦਾਂ ਦੇ ਆ, you know, and ਅਸੀਂ ਸਮਝਦੇ ਆ। I thought that was so good. ਮੈਂ ਇੰਨਾ ਅੰਡਰਸਟੈਂਡ, ਮੈਂ ਸਿਰਫ ਗੁਰੂ ਘਰ 'ਚ ਜਾਂਦੇ ਮੈਂ 20 ਬੰਦੇ ਵੀ ਨਹੀਂ ਦੇਖੇ ਉਹਨਾਂ ਦੇ ਵਿੱਚ ਹੀ, ਬਰਾਤੀ ਵਿੱਚ ਹੀ ਕੁੜੀ ਵਾਲੇ, ਤੇ ਬਹੁਤ ਯਾਨੀ ਉਹ ਵਿਆਹ ਹੋ ਗਿਆ ਰਾਈਟ। ਹੁਣ ਉਹ ਹਸਬੈਂਡ ਐਂਡ ਵਾਈਫ ਆ, ਉਹ ਵੀ ਚਾਹੁੰਦੇ ਸੀ ਕਿ 400-500 ਬੰਦਾ ਸਾਡੇ ਵਿਆਹ ਤੇ ਆਵੇ। ਉਹਨਾਂ ਨੇ ਵੀ 3-4 ਸਾਲਾਂ ਤੋਂ ਪਲਾਨ ਬਣਾਏ ਹੋਣੇ ਆ ਕਿ ਆਪਾਂ ਜੀ ਸੁੱਖੀ ਕੱਲਬਾਰ ਨੂੰ ਬੁੱਕ ਕਰਦੇ, ਡੀਜੇ ਨੂੰ, ਅਕੂਡੋਸ ਵਾਲਿਆਂ ਨੂੰ ਬੁੱਕ ਕਰਦੇ ਆ, ਇਹ ਜੇ ਡੀ ਉਹਨਾਂ ਨੂੰ ਬੁੱਕ ਕਰਦੇ ਆ। ਉਹਨਾਂ ਦੇ ਵੀ ਹੋਣੇ ਆ ਨਾ ਖਿਆਲ। ਉਹਨਾਂ ਨੇ ਵੀ ਸੋਚਿਆ ਸੀ ਆਹ ਫਲਾਨੇ ਕੇਟਰਿੰਗ ਨੂੰ ਕੀਤੀ ਆ ਜੀ, ਆਹ ਕਰਾਂਗੇ, ਆਹ ਵਰਦੀਆਂ ਪਾਵਾਂਗੇ, ਬਟ ਉਹਨਾਂ ਨੇ ਜ਼ਿੰਮੇਵਾਰੀ ਨੂੰ ਸਮਝਿਆ। ਐਂਡ ਹੈਟਸ ਆਫ ਟੂ ਪੀਪਲ ਲਾਈਕ ਦੈਟ, ਜੋ ਕਿ ਵਿਆਹ ਕਰ ਰਹੇ ਆ ਬਟ ਰਿਸਪੌਂਸਿਬਲੀ ਕਰ ਰਹੇ ਆ। ਉਹਦੇ ਦੂਜੇ ਧਿਰ ਤੇ ਹੈਗੇ ਆ ਜੀ ਲੋਕ ਜਿਹੜੇ ਚੋਰੀ ਜੀ ਹਾਲਾਂ 'ਚ ਬੁੱਕ ਕਰਕੇ ਪਾਰਟੀਆਂ ਕਰ ਰਹੇ ਆ 150 ਬੰਦਿਆਂ ਦੀਆਂ। ਉਹਨਾਂ ਵਿੱਚੋਂ ਆਪਣੇ ਬੰਦੇ ਵੀ ਕਈ ਸ਼ਾਮਲ ਆ। ਵੋਲਵਰਹੈਂਪਟਨ ਦੇ ਰੈਸਟੋਰੈਂਟ ਦੇ ਉੱਪਰ ਇੱਕ ਉਹਨਾਂ ਨੇ ਫੜਿਆ ਸੀ, 100 ਬੰਦਿਆਂ ਦੀ ਪਾਰਟੀ ਹੋ ਰਹੀ ਸੀ ਜੀ ਉੱਤੇ, ਤੇ ਉਹਨਾਂ ਨੇ ਫੜਿਆ, ਫਾਈਨ ਦੇ ਦਿੱਤਾ ਜੀ ਉੱਥੇ, ਕਿਉਂਕਿ ਫਿਰ ਸ਼ਿਕਾਇਤ ਤਾਂ ਹੋਣੀ ਆ। ਨਾਲੇ ਆ ਇੱਕ ਅਖਬਾਰ 'ਚ ਸਾਰੇ ਖਬਰ। ਉਹ ਤਾਂ ਚਲੋ ਇੱਕ ਪਾਸੇ। ਸਾਡੇ ਜੀ ਘਰ 'ਚ ਇੱਥੇ ਲਾਗੇ ਹੈਸਟਨ ਤੇ ਕੋਨੇ ਤੇ ਘਰ ਆ, ਉੱਥੇ ਪਾਰਟੀ ਹੋ ਰਹੀ ਸੀ 60-70 ਬੰਦਿਆਂ ਦੀ। ਗੁਆਂਢੀਆਂ ਨੇ ਸ਼ਿਕਾਇਤ ਕਰਨੀ ਸੀਗੀ, ਉਹ ਪੁਲਿਸ ਆਈ ਜੀ, ਉਹ ਜੀ ਵਿਚਾਰੀਆਂ ਬੁੜੀਆਂ ਭੱਜੀਆਂ ਸਲਵਾਰਾਂ 'ਚ, ਉਹ ਸੁੱਥਣਾ 'ਚ ਜੀ ਨਾ ਭੱਜੀਆਂ, ਸਾੜੀਆਂ ਬੰਨੀਆਂ, ਉਹ ਡਿੱਗਦੀਆਂ ਫਿਰ ਚੱਪਲਾਂ ਲਾ ਕੇ ਵਿਚਾਰੀ, ਜੁੱਤੀਆਂ ਲਾ ਕੇ, ਕਿ ਉਹ ਫਿਰ ਫਾਈਨ ਦੇਣ ਲੱਗ ਪਏ ਪੁਲਿਸ ਵਾਲੇ ਕਿ ਆਹ ਫੜ, ਜਾਂਦੀ ਲੈ ਜਾ 1000 ਪਾਉਂਡ ਦਾ ਟਿਕਟ, ਆ ਤੂੰ ਵੀ ਫੜ, ਆ ਤੂੰ ਵੀ ਫੜ, ਆ ਤੂੰ ਵੀ ਫੜ। ਆਪੇ ਸਾਊਥ ਹਾਲ ਕੱਲ ਨਿਊਜ਼ 'ਚ ਆਇਆ ਸੀ, ਸਕਾਈ ਨਿਊਜ਼ ਤੇ ਜੀ। ਉਹਦੇ ਵਿੱਚ ਇਹ ਸੀ ਜੀ ਇੱਕ ਹਾਲ ਦੇ ਵਿੱਚ 150 ਬੰਦੇ ਦੀ ਪਾਰਟੀ ਹੋ ਰਹੀ ਸੀ। ਹੁਣ ਉੱਥੇ 10,000 ਪਾਉਂਡ ਦਾ ਫਾਈਨ ਕੀਤਾ ਹੈ ਜੀ। ਨਾਲੇ ਉਹਦੀ ਸਾਰੀ ਖਬਰ ਆਈ ਆ ਸਕਾਈ ਨਿਊਜ਼ ਤੇ, BBC ਨਿਊਜ਼ ਤੇ, 100 ਬੰਦਾ ਸੀਗਾ ਜੀ।
So website ਦੇ ਅਨੁਸਾਰ ਜੀ ਗਵਰਨਮੈਂਟ ਦੇ groups of no more than 15 are allowed to attend wedding receptions. So ਜਿਹੜੀ ਵਿਆਹ ਦੀ ਕੋਈ ਪਾਰਟੀ ਰੱਖਣੀ ਆ ਸਿਰਫ 15 ਬੰਦੇ ਆ ਸਕਦੇ ਆ ਉਹਦੇ ਦੇ ਵਿੱਚ ਜੋ ਇਹਨਾਂ ਦੀ ਗਵਰਨਮੈਂਟ ਦੀ ਵੈਬਸਾਈਟ ਆਈ ਆ। ਅੱਛਾ ਇਹਦੇ ਖਿਲਾਫ someone took a case to the high court ਕਿ ਜੀ ਇਹ ਚੱਕਣੀ ਚਾਹੀਦੀ ਆ। ਤੁਸੀਂ ਕਹਿਣਾ ਤਾਂ ਕੀ ਮੰਨਣਾ ਕੋਈ ਕੋਰਟ ਨੂੰ ਵੀ ਲੈ ਚੱਲੇਗਾ ਗਵਰਨਮੈਂਟ ਨੂੰ ਤਾਂ ਹਾਈ ਕੋਰਟ ਨੇ ਉਹ ਕੇਸ ਰਿਜੈਕਟ ਕਰਤਾ ਕਿ ਨਹੀਂ ਕਿ ਆਪਾਂ ਲੋਕਾਂ ਨੂੰ ਮਾਰਨਾ ਨਹੀਂ ਤਾਂ ਆਪਾਂ ਸਿਆਣਿਆਂ ਦੀ ਮੌਤ ਦਾ ਕਾਰਨ ਨਹੀਂ ਬਣਨਾ, which I think is very good. So a group, Cripps Barn Group Limited, a wedding operator, runs a number of venues, asked for an injunction and it got refused. Now ਹੁਣ ਜਿਹੜੇ ਵੈਡਿੰਗ ਦੇ ਲਾਈਨ ਵਿੱਚ ਹੈਗੇ ਆ ਕੇਟਰਸ, ਡੀਜੇਸ, ਵੀਡੀਓ ਕੈਮਰੇ ਵਾਲੇ, ਫਿਲਮਾਂ ਵਾਲੇ, ਮੈਂ ਉਹਨਾਂ ਨਾਲ ਸਾਰਿਆਂ ਨਾਲ ਸਿੰਪੈਥਾਈਜ਼ ਕਰਦਾ ਹਾਂ। I sympathize with them and I understand it's not easy. It's not easy and ਤੁਹਾਨੂੰ ਕੋਈ ਸਪੋਰਟ ਵੀ ਨਹੀਂ ਮਿਲ ਰਹੀ ਗਵਰਨਮੈਂਟ ਦੇ ਵਿੱਚੋਂ। But what's the alternative? That we let weddings happen and people die? It's pretty obvious that ਜੋ ਵੈਡਿੰਗ ਹੋ ਰਿਹਾ, ਜੋ ਵਿਆਹ ਹੋ ਰਿਹਾ ਨਾ ਹੁਣ ਆਪਣੇ ਏਸ਼ੀਅਨ ਕਮਿਊਨਿਟੀ ਦੇ ਵਿੱਚ ਤੁਹਾਨੂੰ ਸਿਸਟਮ ਹੀ ਪੂਰਾ ਚੇਂਜ ਹੋ ਗਿਆ, ਪੂਰਾ ਚੇਂਜ ਹੋ ਜਾਣਾ। ਉਹ ਮੇਰਾ ਖਿਆਲ ਨਹੀਂ ਉਹ ਹੁਣ ਲੋਕਾਂ ਨੇ ਕਾਫੀਆਂ ਨੇ ਵੱਡੇ ਵਿਆਹ ਕਰਿਆ ਕਰਨੇ ਈਵਨ ਜਦੋਂ ਕੋਵਿਡ ਹਟ ਗਿਆ ਦੈਨ ਦਿਸ ਸਿਸਟਮ ਕਈ ਲੋਕਾਂ ਨੂੰ ਤਾਂ ਬਹੁਤ ਵਧੀਆ ਲੱਗਾ ਕਿ 30 ਬੰਦੇ ਆਏ ਵਿਆਹ ਕੇ ਠੀਕ ਹੈ ਜੀ ਆਪਾਂ ਜਿਹੜੇ ਪੈਸੇ ਵੇਸਟ ਕਰਨੇ ਸੀਗੇ ਲਾਉਣੇ ਸੀਗੇ ਲੋਕਾਂ ਨੂੰ ਖੁਸ਼ ਰੱਖਣ ਲਈ ਤਾਂ ਆਪਾਂ ਉਹ ਮੁੰਡੇ ਕੁੜੀ ਨੂੰ ਦੇ ਦਿੱਤੇ ਕਿ ਜੀ ਆਹ ਲਓ ਆਪਣਾ ਘਰ ਲੈ ਲਓ ਜਾਂ ਆਪਣੀ ਕੋਈ ਗੱਡੀ ਲੈ ਲਓ ਜਾਂ ਆਪਣਾ ਜੋ ਮਰਜ਼ੀ ਆਪਣਾ ਲਾਈਫ 'ਚ ਸਟਾਰਟ ਕਰੋ, ਖਾਸ ਤੌਰ 'ਤੇ ਜਦੋਂ ਇਸ ਵੇਲੇ ਪੈਸਿਆਂ ਦੀ ਲੋੜ ਆ। ਸੋ ਆਪਾਂ ਨੂੰ ਇਹ ਸੋਚਣਾ ਪੈਣਾ that ਐਜ਼ ਅ ਸੋਸਾਇਟੀ ਆਪਾਂ ਕਿੱਦਾਂ ਚੇਂਜ ਕਰ ਸਕਦੇ ਹਾਂ, ਕਿੱਦਾਂ ਨਹੀਂ। ਜਿਹੜੇ ਤੁਸੀਂ ਇਸ ਵੇਲੇ ਪਾਠ ਵੀ ਰਖਾ ਰਹੇ ਆ ਜਾਂ ਬਰਥਡੇ ਮਨਾ ਰਹੇ ਆ, ਪਲੀਜ਼ ਇਹ ਚੀਜ਼ਾਂ ਤੁਸੀਂ ਰਿਸਪੌਂਸਿਬਲ ਰੱਖੋ ਇਸ ਚੀਜ਼ ਨੂੰ। You might not be able to have a big birthday party this year, but it's not going to be always like this. It's just this year it's very dangerous to have big parties because what happens is then if you have a big party and someone gets COVID, then your bibi baba might get ill and something might happen to them and it could be all, not very nice. So the reason why we can't have big parties is to protect your bibi baba, your nana nanny, your uncles and aunties. That's the reason. So a lot of the kids understand, well, why can't I have a big party? Mine are the same. ਆਪਾਂ ਤੁਹਾਡੇ ਤੋਂ ਕੋਈ ਡਿਫਰੈਂਟ ਨਹੀਂ ਹੈਗੇ, ਆਪਾਂ ਦੇ ਹਾਲਾਤ ਬਿਲਕੁਲ ਤੁਹਾਡੇ ਵਾਂਗਰ ਹੀ ਆ। ਮੈਂ ਵੀ ਆਪਣੇ ਮਾਪੇ ਨਾਲ ਰਹਿਣਾ ਆ, 3 ਬੈਡਰੂਮ ਦੇ ਘਰ 'ਚ ਰਹਿਣਾ ਆ ਜੀ, 6 ਜਣੇ ਆਪਾਂ ਆ। ਐਗਜ਼ੈਕਟਲੀ ਜੋ ਤੁਹਾਡੇ ਘਰ ਦੇ ਹਾਲਾਤ ਆ ਮੇਰੇ ਘਰ ਦੇ ਹਾਲਾਤ ਆ। ਆਪਾਂ ਇਹ ਨਹੀਂ ਰਹਿੰਦੇ ਕਿ ਆਪਾਂ 15 ਬੈਡਰੂਮ ਵਾਲੇ ਘਰ 'ਚ ਰਹਿੰਦੇ ਆ ਜੀ, 2 ਏਕੜਾਂ 'ਚ ਬਣਿਆ ਹੋਇਆ। ਆਪਾਂ ਇਸ ਤਰ੍ਹਾਂ ਦੇ ਬੰਦੇ ਹੀ ਨਹੀਂ, ਤੁਹਾਨੂੰ ਪਤਾ ਹੀ ਹੈ। ਹਮ ਜਿੱਦਾਂ ਤੁਸੀਂ ਆ ਉੱਦਾਂ ਹੀ ਆਪਾਂ ਆ, ਪਰ ਆਪਾਂ ਵੀ ਇਸ ਚੀਜ਼ਾਂ 'ਚੋਂ ਲੰਘ ਰਹੇ ਹਾਂ। ਕੋਈ ਵੀ ਬੰਦਾ ਇਸ ਵੇਲੇ ਨਹੀਂ ਜੀ ਜੋ ਇਸ ਚੀਜ਼ਾਂ 'ਚੋਂ ਨਹੀਂ ਲੰਘ ਰਿਹਾ, ਕੋਈ ਵੀ ਬੰਦਾ ਇਸ ਵੇਲੇ ਨਹੀਂ ਜੋ ਕਿ ਇਸ ਵੇਲੇ ਸੇਫ ਆ। ਤੁਸੀਂ ਦੇਖ ਚੁੱਕੇ ਆ ਜੀ, ਪ੍ਰਧਾਨ ਮੰਤਰੀ ਤੋਂ ਲੈ ਕੇ ਪ੍ਰੈਜ਼ੀਡੈਂਟ ਤੱਕ ਤੋਂ ਫਿਲਮ ਐਕਟਰਸ ਤੱਕ ਜੀ ਤੋਂ ਲੈ ਕੇ ਆਮ ਬੰਦਿਆਂ ਤੱਕ ਕੋਵਿਡ ਅਫੈਕਟ ਕਰਦੀ ਹੈ ਤੇ ਇਹ ਤੋਂ ਕੋਈ ਵੀ ਨਹੀਂ ਬਚਿਆ, ਕੋਈ ਵੀ ਨਹੀਂ ਸੇਫ ਇਸ ਵੇਲੇ। ਸੋ ਆਪਾਂ ਦੀ ਉੱਤੇ ਜ਼ਿੰਮੇਵਾਰੀ ਹੈ ਜੀ ਕਿ ਆਪਾਂ ਸੇਫ ਕਰਨਾ। ਤੁਸੀਂ ਆਪ ਸੇਫ ਰਹੋ ਤਾਂ ਦੂਜਿਆਂ ਨੂੰ ਇਹ ਕਹਿੰਦੇ ਆਪ ਸੇਫ ਰਹਿਣਾ ਤਾਂ ਦੂਜਿਆਂ ਨਾਲ ਬਹਿ ਰਿਹਾ ਕੋਈ। ਉਹਦੇ ਵਿੱਚ ਹੁਣ ਇੱਕ ਹੋਰ ਚੀਜ਼ ਆ ਗਈ ਗਾਹਾਂ ਕਿ ਤੁਸੀਂ ਜੀ ਮਾਸਕ ਜ਼ਰੂਰ ਪਾਉਣੇ। ਅੱਜ ਮੈਂ ਥੋੜ੍ਹਾ ਜਿਹਾ ਦੇਖਿਆ ਬਾਹਰ ਜਾ ਕੇ ਤਕਰੀਬਨ quite a lot of people ਮਾਸਕ ਪਾ ਰਹੇ ਆ, ਉਹ ਇਸ ਚੀਜ਼ ਨੂੰ ਸਮਝ ਰਹੇ ਆ। ਬਟ ਜਿਹੜੇ ਨਹੀਂ ਪਾਉਂਦੇ ਬਾਹਰ ਉਹਨਾਂ ਨੂੰ ਮੈਂ ਕਹਿੰਦਾ ਜੀ ਜ਼ਰੂਰ ਪਾਓ। ਜੇ ਤੁਹਾਡੀ ਮਾਸਕ ਨਾਲ 1% ਵੀ ਚਾਂਸ ਹੈ ਨਾ ਕਿ ਤੁਹਾਡੀ ਜਾਨ ਬਚ ਜਾਵੇ ਤਾਂ ਤੁਹਾਨੂੰ ਪਾਉਣਾ ਚਾਹੀਦਾ। ਤਾਂ ਜੇ ਤੁਹਾਨੂੰ ਆਪਣੀ ਜਾਨ ਦੀ ਪਰਵਾਹ ਹੈ ਨਹੀਂ ਤਾਂ ਘੱਟੋ ਘੱਟ ਦੂਜਿਆਂ ਦੀ ਜਾਨ 'ਤੇ ਤਾਂ ਬਚੋ, ਕਿਉਂ ਮਾਸਕ ਦਾ ਦੋਹਰਾ ਇਫੈਕਟ ਹੁੰਦਾ। ਇੱਕ ਤਾਂ ਅਗਲਿਆਂ ਦਾ ਜੋ ਥੁੱਕ ਆ ਜਿਹਦੇ ਵਿੱਚੋਂ ਇਹ ਕੋਵਿਡ ਲੰਘਦੀ ਆ, ਸਾਹ ਆ ਜਿਹਦੇ ਵਿੱਚੋਂ ਕੋਵਿਡ ਲੰਘਦਾ, ਉਹ ਤੁਹਾਡੇ ਮੂੰਹ ਤੇ ਨੱਕ 'ਚ ਨਹੀਂ ਪੈਂਦੀ ਤੇ ਤੁਹਾਡੇ 'ਚੋਂ ਜੇ ਕੋਵਿਡ ਹੋਵੇ ਤਾਂ ਤੁਹਾਡੀ ਬਾਹਰ ਨਹੀਂ ਜਾਂਦੀ ਉਹਨਾਂ ਨੇ। ਸੋ ਆ ਇੰਪੋਰਟੈਂਟ ਹੈ ਜੀ ਗੱਲ ਇਸ ਚੀਜ਼ ਦਾ। ਇਟਸ ਰੀਅਲੀ ਇੰਪੋਰਟੈਂਟ ਕਿ ਤੁਸੀਂ ਕਰੋ। ਇੱਕ ਹੋਰ ਤੁਹਾਨੂੰ ਇੱਕ ਦੱਸ ਦਈਏ, ਜੇ ਤੁਹਾਨੂੰ ਸ਼ੱਕ ਆ ਕਿ ਤੁਹਾਨੂੰ ਕੋਵਿਡ ਆ, ਮਤਲਬ ਜੇ ਤੁਹਾਨੂੰ ਉਹਦੇ ਅਸਾਰ ਆਉਂਦੇ, ਮਤਲਬ ਹੁੱਥੂ ਬਾਰ-ਬਾਰ ਆਉਂਦੇ ਆ, ਖੰਘ ਆਉਂਦੀ ਆ,
ਜੇ ਤੁਹਾਨੂੰ ਆਉਂਦੇ ਆ ਕਿ ਤੁਹਾਨੂੰ ਬੁਖਾਰ ਆ ਬਾਰ-ਬਾਰ ਆਉਂਦਾ, ਜਾਂ ਤੇਜ਼ ਟੈਂਪਰੇਚਰ ਆਉਂਦੀ ਆ, ਜੋ ਕੋਵਿਡ ਦੀ ਨਿਸ਼ਾਨੀਆਂ ਹੈਗੀਆਂ, ਇਹ ਤੁਹਾਨੂੰ ਲੱਗਦਾ ਆ, ਤੁਹਾਨੂੰ ਬਰੀਥਿੰਗ 'ਚ ਡਿਫਿਕਲਟੀ ਆ, ਤਾਂ ਫਿਰ ਤੁਸੀਂ ਆਪਣਾ ਆਨਲਾਈਨ ਟੈਸਟ ਬੁੱਕ ਕਰੋ, ਜਿਹਦੇ ਵਿੱਚ ਤੁਸੀਂ ਟੈਸਟ ਸੈਂਟਰ ਜਾ ਸਕਦੇ ਆ। ਜਾਂ ਤਾਂ 3 ਤਰ੍ਹਾਂ ਦੇ ਟੈਸਟ ਸੈਂਟਰ ਹੈਗੇ ਆ। ਇੱਕ ਤਾਂ ਹੈਗਾ ਵਾਕ ਇਨ ਵਾਲਾ, ਜਿੱਥੇ ਤੁਸੀਂ ਵਾਕ ਇਨ ਬਾਈ ਪੈਦਲ ਜਾਣਾ ਤੇ ਉੱਥੇ ਤੁਸੀਂ ਟੈਸਟ ਸੈਂਟਰ ਜਾਣਾ ਆ। ਉੱਥੇ ਤੁਸੀਂ ਆਪਣਾ ਜੋ ਟੈਸਟ ਹੈ, ਮੈਂ ਅਗਲੀ ਪਿਛਲੀ ਸ਼ੋਆਂ 'ਚ ਤੁਸੀਂ ਦੇਖ ਲੈਣਾ YouTube ਦੇ ਵਿੱਚ, ਮੈਂ ਕਿੱਟ ਖੋਲ ਕੇ ਤੁਹਾਨੂੰ ਦੱਸਿਆ ਸੀ ਕਿ ਜੀ ਕਿ ਕਿੱਦਾਂ ਕੀਤਾ ਜਾਊਗਾ। ਮੈਂ ਨੈਕਸਟ ਵੀਕ ਵੀ ਲੈ ਕੇ ਆਉਂਗਾ ਜੀ ਉਹ ਕਿੱਟ, ਤੇ ਤੁਹਾਨੂੰ ਦਿਖਾ ਦੂੰਗਾ ਜੀ। ਮੇਰੇ ਕੋਲ ਸਪੇਅਰ ਪਈ ਆ, 1-2 ਭੇਜਤੀਆਂ ਸੀ ਉਹਨਾਂ ਨੇ NHS ਵਾਲਿਆਂ ਨੇ ਕਿ ਦਿਖਾ ਲਓ ਆਪਣੇ ਵਿਊਅਰਾਂ ਨੂੰ। ਮੈਂ ਤੁਹਾਨੂੰ ਫਿਰ ਦਿਖਾ ਲੂੰਗਾ ਜੀ ਕਿ ਉਹ ਟੈਸਟ ਕਿੱਦਾਂ ਕਰਨਾ ਕਿੱਦਾਂ ਨਹੀਂ। ਬਟ ਉਹ ਟੈਸਟ ਇਹ ਹੁੰਦਾ ਜੀ, ਟੈਸਟ ਦੇ ਉਹਦੇ ਵਿੱਚ ਇੱਕ ਸ਼ੀਸ਼ੀ ਹੁੰਦੀ ਆ ਤੇ ਇੱਕ ਹੁੰਦਾ ਜੀ ਤੁੰਬਾ ਰੂਹ ਵਾਲਾ, ਬਹੁਤ ਲੰਬਾ। ਉਹ ਖੋਲ ਕੇ ਜੀ ਤੁਸੀਂ ਉਹ ਪਾਉਣਾ ਜੀ ਆਪਣੇ, ਤੁਸੀਂ ਇੱਥੇ ਗਲ 'ਚ ਟੌਂਸਲਾਂ ਦੇ ਆਲੇ ਦੁਆਲੇ, ਉਹਦੇ ਵਿੱਚ ਇੱਕ ਸਵਾਬ ਲੈ ਕੇ ਫਿਰ ਤੁਸੀਂ ਆਪਣੇ ਨਾਸਾਂ 'ਚ ਧੱਕਣਾ ਆ। ਇਹ ਨਹੀਂ ਕਿ ਇੰਨਾ ਢੱਕ ਦਿਓ ਕਿ ਦਿਮਾਗ ਹੀ ਹਿਲ ਜਾਵੇ, ਕਿ ਕੋਵਿਡ ਤੋਂ ਬਾਅਦ ਚਾਹੋ ਪਹਿਲਾਂ ਤੁਸੀਂ ਆਪਣੇ ਨਕਸੀਲੀ ਫੋਰਸ ਹਟਿਓ, ਢੱਕ ਕੇ ਉਹਦੇ ਵਿੱਚ ਫਿਰ ਤੁਸੀਂ ਉਹ ਸ਼ੀਸ਼ੀ 'ਚ ਪਾ ਕੇ, ਉਹ ਡੰਡੀ ਤੋੜ ਕੇ ਸ਼ੀਸ਼ੀ ਨੂੰ ਸੀਲ ਕਰਕੇ ਲਿਫਾਫੇ 'ਚ ਪਾ ਕੇ ਡ੍ਰੌਪ ਬੈਗ 'ਚ ਪਾ ਦੇਣਾ। ਉਹ ਵਾਕ ਇਨ ਟੈਸਟ ਸੈਂਟਰ ਵਿੱਚ ਤੁਹਾਨੂੰ ਸਾਰਾ ਦੱਸ ਦਿੰਦੇ ਕਿ ਜੀ ਇੱਦਾਂ ਕਰਨਾ, ਤੁਸੀਂ ਇੱਦਾਂ ਨਹੀਂ, ਤਾਂ ਉਹ ਫਿਰ ਤੁਹਾਨੂੰ ਟੈਸਟ ਦੇ ਰਿਜ਼ਲਟ ਯੂਜਲੀ 48 ਘੰਟੇ ਦੇ ਵਿੱਚ ਟੈਕਸਟ ਰਾਹੀਂ ਭੇਜ ਦਿੰਦੇ ਆ। ਇੱਕ ਹੈਗਾ ਜੀ ਡਰਾਈਵ ਇਨ ਸੈਂਟਰ, ਉਹਦੇ ਦੇ ਵਿੱਚ ਤੁਸੀਂ ਗੱਡੀ 'ਚ ਹੀ ਬਹਿਣਾ ਔਰ ਗੱਡੀ 'ਚ ਹੀ ਬੈਠੇ ਰਹਿਣਾ। ਉਹਨਾਂ ਨੇ ਲਿਫਾਫਾ ਤੁਹਾਨੂੰ ਵਿੰਡੋ 'ਚੋਂ ਫੜਾ ਦੇਣਾ, ਉਹੀ ਚੀਜ਼ ਤੁਸੀਂ ਆਪਣੀ ਗੱਡੀ 'ਚ ਬੈਠੇ ਬੈਠੇ ਕਰਨੇ ਆ, ਤਾਂ ਲਿਫਾਫੇ 'ਚ ਕਰਕੇ ਬਾਅਦ 'ਚ ਉਹਨਾਂ ਨੂੰ ਫੜਾ ਦੇਣਾ। ਉਹੀ ਚੀਜ਼ ਤੁਸੀਂ ਗੱਡੀ 'ਚੋਂ ਬਾਹਰ ਨਹੀਂ ਨਿਕਲਦੇ, ਉਹਨੂੰ ਡਰਾਈਵ ਇਨ ਸੈਂਟਰ ਸੱਦਦੇ ਆ। ਸੋ ਇਹ 2 ਤਰ੍ਹਾਂ ਦਾ ਟੈਸਟ ਹੋ ਗਿਆ। ਤੀਜਾ ਹੈਗਾ ਜੀ, ਤੁਸੀਂ ਆਪਣੇ ਘਰ ਮੰਗਾ ਸਕਦੇ ਟੈਸਟ। ਤੁਸੀਂ ਘਰ ਮੰਗਾਉਂਦੇ ਆ ਤਾਂ ਗ੍ਰੇ ਲਿਫਾਫੇ 'ਚ ਤੁਹਾਡਾ ਟੈਸਟ ਆ ਜਾਂਦਾ ਜੀ। ਉਹ ਤੁਸੀਂ ਘਰ ਕਰਕੇ ਸ਼ੀਸ਼ੀ 'ਚ ਪਾ ਕੇ ਫਿਰ ਉਹਦੇ ਉੱਤੇ ਤੁਹਾਨੂੰ ਦੱਸਿਆ ਜਾਂਦਾ ਕਿ ਜੀ ਕਿਹੜੇ ਤੁਸੀਂ ਲੈਟਰ ਬਾਕਸ 'ਚ ਪਾਉਣਾ। ਸਪੈਸ਼ਲ ਲੈਟਰ ਬਾਕਸ ਹੈਗੇ ਆ ਕੋਵਿਡ ਵਾਲੇ, ਜਿਹਦੇ ਵਿੱਚ ਤੁਸੀਂ ਪਾਉਂਗੇ ਤਾਂ ਉੱਥੋਂ ਕਲੈਕਸ਼ਨ ਹੁੰਦੀ ਆ, ਚਿੱਠੀਆਂ ਡਾਕੀ ਵਾਲੇ ਡੱਬੇ ਜੋ ਹੁੰਦੇ ਆ, ਉਹਦੇ ਵਿੱਚੋਂ ਸਪੈਸ਼ਲ ਕਲੈਕਸ਼ਨ ਹੁੰਦੀ ਆ। ਸੋ ਥੀਸ ਆਰ 3 ways ਕਿ ਤੁਸੀਂ ਆਪਣਾ ਕੋਵਿਡ ਟੈਸਟ ਕਰਾ ਸਕਦੇ ਆ, ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਜੀ ਕਿ ਤੁਸੀਂ ਨੈਗੇਟਿਵ ਆ ਜਾਂ ਪੋਜ਼ਿਟਿਵ ਆ, ਤਾਂ ਉਸ ਹਿਸਾਬ ਨਾਲ ਫਿਰ ਤੁਸੀਂ ਜੋ ਹੈਗਾ ਐਕਸ਼ਨ ਲੈਣੀ ਆ। ਜੇ ਤੁਸੀਂ ਪੋਜ਼ਿਟਿਵ ਆ ਤਾਂ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰਨਾ, ਤਾਂ ਕਿਸੇ ਨਾਲ ਤੁਹਾਡਾ ਕੰਟੈਕਟ ਨਹੀਂ ਹੋਣਾ ਚਾਹੀਦਾ, ਕਿਉਂਕਿ ਫਿਰ ਇਹ ਬਿਮਾਰੀ ਫੈਲ ਸਕਦੀ ਹੈ। ਇਹ ਚੀਜ਼ ਜੋ ਹੈਗੀ ਆ ਤੁਹਾਡੇ ਲਈ ਬਹੁਤ ਲਾਜ਼ਮੀ ਹੈਗੀ ਆ, ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖੋ ਜੀ। ਜੋ ਕੋਵਿਡ ਦੀਆਂ ਨਿਸ਼ਾਨੀਆਂ ਹੈਗੀਆਂ, ਇਹ ਤੋਂ ਬਚਾਂਗੇ ਕਿੱਦਾਂ ਜੀ? ਬਚ ਕੇ ਜੇ ਬਾਹਰ ਜਾਣਾ ਤਾਂ ਮਾਸਕ ਪਾਓ, ਆਪਣੇ ਹੱਥ ਜ਼ਰੂਰ ਤੁਸੀਂ ਧੋਣੇ ਆ ਐਂਟੀਬੈਕਟੀਰੀਅਲ ਸੋਪ ਨਾਲ, हैंड वॉश ਦੇ ਨਾਲ ਤੁਸੀਂ ਜ਼ਰੂਰ ਕਰਨਾ ਆ। ਕੋਸ਼ਿਸ਼ ਕਰਨੀ ਕਿ ਬਾਹਰ ਜਾ ਕੇ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ। ਗਲਵ ਜੇ ਪਾਉਂਗੇ ਵਧੀਆ, ਪਰ ਇਹ ਨਹੀਂ ਕਿ ਗਲਵ ਪਾ ਕੇ ਬਾਅਦ 'ਚ ਆਪਣਾ ਮੂੰਹ ਮਾਲਣ ਲੱਗ ਜਾਣਾ, ਉਹ ਨਹੀਂ ਕਰਨਾ। ਜੇ ਗਲਵ ਪਾ ਕੇ ਤੁਸੀਂ ਬਾਹਰ ਚੀਜ਼ਾਂ ਨੂੰ ਹੱਥ ਵੀ ਲਾਉਣੇ ਆ ਤਾਂ ਬਿਨਾਂ ਆਪਣੇ ਆਪ ਨੂੰ ਲਾਏ ਨੂੰ ਉਹ ਫਿਰ ਲਾ ਕੇ ਤੁਸੀਂ ਸਿੱਟ ਦਿਓ, ਜਾਂ ਉਹਨਾਂ ਨੂੰ ਧੋ ਦਿਓ ਐਂਟੀਬੈਕਟੀਰੀਆ ਦੇ ਵਿੱਚ, ਜੇ ਤੁਸੀਂ ਦੁਬਾਰਾ ਵਰਤਣਾ ਚਾਹੁੰਦੇ ਹੋ। ਇਸ ਚੀਜ਼ ਤੋਂ ਤੁਸੀਂ ਜੀ ਖਿਆਲ ਰੱਖਣਾ ਆਪਣਾ, ਐਂਡ ਸੇਫ ਰਹਿਣਾ ਆ। ਇਹ ਚੀਜ਼ ਮੈਂ ਤੁਹਾਨੂੰ, ਤੁਸੀਂ ਸੋਚੋ 100 ਵਾਰੀ ਤਾਂ ਸੁਣੀ ਆ ਇਹ ਚੀਜ਼ਾਂ ਜੀ, ਇਹ ਬਾਰ-ਬਾਰ ਕਿਉਂ ਦੱਸ ਰਿਹਾ? ਕਿਉਂਕਿ ਇਹ ਦੂਜਾ ਲਹਿਰ ਆ ਚੁੱਕਾ ਆ, ਤੇ ਹੁਣ 100 ਤੋਂ ਜ਼ਿਆਦਾ ਬੰਦੇ ਰੋਜ਼ ਮਰਦੇ ਆ। ਇਹ 100 ਦਾ 200 ਬਣਨਾ, 200 ਦਾ 300 ਬਣਨਾ, 300 ਦਾ 400 ਬਣਨਾ, ਜਦ ਤੱਕ ਇਹ ਪੂਰੀ ਤਰ੍ਹਾਂ ਅੱਗੇ ਵਾਲਾ ਸਟੈਂਡਰਡ ਤੇ ਨਹੀਂ ਬਣਦਾ, ਜੇ ਤੁਸੀਂ ਆਪਣੇ ਆਪ ਨੂੰ ਕੇਅਰਫੁਲ ਨਾ ਰਹੇ। ਤੇ ਇਹ ਨਹੀਂ ਕਿ ਦੂਜਾ ਲਹਿਰ ਹੀ ਆਉਣਾ ਫਿਰ ਖਤਮ ਹੋ ਜਾਣੀ ਹੈ। ਇਹਦੇ ਵਿੱਚ ਜਦ ਤੱਕ ਇਹ ਵੈਕਸੀਨ ਦੀ ਦਵਾਈ ਨਹੀਂ ਬਣਦੀ ਜੀ, ਇਹਦਾ ਹੱਲ ਨਹੀਂ ਬਣਦਾ। ਇਹ ਕਈ ਲਹਿਰਾਂ ਆ ਸਕਦੀਆਂ, ਇਹ ਬਾਰ-ਬਾਰ ਲਹਿਰ ਆ ਸਕਦੀ ਹੈ ਜੀ, 2-2 ਮਹੀਨਿਆਂ ਬਾਅਦ ਲਹਿਰ ਆ ਸਕਦੀ ਆ। ਆਪਾਂ ਨੂੰ ਸਿੱਖਣਾ ਪੈਣਾ ਕਿ ਇਹ ਬਿਮਾਰੀ ਤੋਂ ਬਚਣਾ ਕਿੱਦਾਂ ਆ, ਤਾਂ ਆਪਾਂ ਆਪਣੇ ਹਾਊਸ ਨੂੰ ਸੇਫ ਕਿੱਦਾਂ ਰੱਖਣਾ, ਆਪਣੇ ਟੱਬਰ ਨੂੰ ਸੇਫ ਕਿੱਦਾਂ ਰੱਖਣਾ ਹੈ। ਲਾਪਰਵਾਹੀ ਨਹੀਂ ਕਰਨੀ ਜੀ, ਲਾਪਰਵਾਹੀ ਨਹੀਂ ਕਰਨੀ। ਬਹੁਤ ਲੋਕ ਕਹਿੰਦੇ ਜੀ ਹੁਣ ਜੇ ਮਰਨਾ ਹੋ ਤਾਂ ਰੱਬ ਦੇ ਹੱਥ 'ਚ, ਉਹ ਠੀਕ ਹੈ ਜੀ ਕਿ ਰੱਬ ਦੇ ਹੱਥ 'ਚ ਹੈ ਜੀ ਜੇ ਮਰਨਾ ਆ, ਪਰ ਇਹਦਾ ਮਤਲਬ ਇਹ ਥੋੜੀ ਕਿ ਹੁਣ ਸਾਰੇ ਆਪਾਂ ਟ੍ਰੇਨ ਦੇ ਮੋਹਰੇ ਖੜ ਜਾਈਏ ਤਾਂ ਕੋਈ ਰੱਬਾ ਬਚਾ ਲਾ ਸਾਨੂੰ। ਏਦਾਂ ਤਾਂ ਕੋਈ ਨਹੀਂ ਕਰਦਾ ਜੀ। ਰੋਟੀ ਜਦੋਂ ਤੁਸੀਂ ਬਣਾਉਣੇ ਆ ਤਾਂ ਆਟਾ ਥੋੜੀ ਤੁਸੀਂ ਰਹਿਣ ਦਿੰਦੇ ਉੱਥੇ ਟੇਬਲ ਤੇ ਕਿ ਜੀ ਹੁਣ ਰੱਬ ਹੀ ਬਣਾ ਕੇ ਦਿਓ ਰੋਟੀਆਂ, ਤਾਂ ਰੱਬ ਹੀ ਖਿਲਾਓ। ਆਪ ਵੀ ਕਸ਼ਟ ਕਰਨਾ ਪੈਂਦਾ ਥੋੜੇ, ਹੈ ਨਾ। ਰੋਟੀ ਆਟਾ ਗੁੰਨੂਗੇ, ਰੋਟੀ ਬਣਾਉਂਗੇ, ਬੁਰਕੀ ਬਣਾਉਂਗੇ, ਮੂੰਹ 'ਚ ਪਾਉਂਗੇ, ਤਾਂ ਹੀ ਤਾਂ ਪੇਟ ਭਰੂਗਾ, ਹੈ ਨਾ। ਉਹ ਚੀਜ਼ ਆਪਾਂ ਰੱਬ ਤੇ ਨਹੀਂ ਕਹਿੰਦੇ। ਇਹ ਨਹੀਂ ਕਹਿੰਦੇ ਕਿ ਕੰਮ ਤੇ ਨਹੀਂ ਆਉਣਾ ਰੱਬ, ਜੇ ਪੈਸੇ ਦੇ ਦੂੰਗਾ ਠੀਕ ਹੈ, ਜੇ ਨਹੀਂ ਉਹ ਤਾਂ ਅਸੀਂ ਡਬਲ ਸ਼ਿਫਟਾਂ ਲਾਉਂਦੇ ਆ।
ਉਹਦਾ ਅਰਦਾਸ ਕਰਦੇ ਰੱਬਾ ਕੋਈ ਡਬਲ ਟਾਈਮ ਵਾਲੀ ਸ਼ਿਫਟ ਦਵਾ ਦੇ ਐਤਕੀ। ਸੋ ਰੱਬ ਵੀ ਇਸ ਵੇਲੇ ਵਿਹਲਾ ਨਹੀਂ ਹੈਗਾ ਜੀ, ਰੱਬ ਕੋ ਬਹੁਤ ਲੋਕ ਅਰਦਾਸ ਕਰ ਰਹੇ ਆ ਤੇ ਟਾਈਮ ਵਿਚਾਰੇ ਕੋ ਰੱਬ ਕੋ ਅੱਗੇ ਨਹੀਂ ਹੈਗਾ। ਉਹਨੂੰ ਨਾ ਤਕਲੀਫ ਦਿਓ, ਇਹਦੇ ਨਾਲੋਂ ਆਪਾਂ ਆਪਣੇ ਆਪ ਨੂੰ ਹੀ ਤਕਲੀਫ ਦੇ ਲੈਂਦੇ ਆ। ਰੱਬ ਤੇ ਸਾਰਾ ਗੱਲ ਤਾਂ ਛੱਡੀ ਦੀ ਆ ਜੇ ਆਪਣਾ ਪੂਰਾ ਜ਼ੋਰ ਲੱਗ ਜਾਵੇ। ਰੱਬ ਕਹਿੰਦਾ ਪਹਿਲਾਂ ਤੁਸੀਂ ਆਪਣਾ ਜ਼ੋਰ ਲਾਓ, ਆਪਣਾ ਦਿਮਾਗ ਵਰਤੋ, ਜੋ ਮੈਂ ਤੁਹਾਨੂੰ ਦਿੱਤਾ ਉਹਨੂੰ ਵਰਤੋ, ਫਿਰ ਤੁਸੀਂ ਮੇਰੇ ਤੇ ਛੱਡੋ ਡੋਰੀ, ਹੈ ਨਾ। ਰੱਬ ਨੂੰ ਇਹ ਨਹੀਂ ਕਿ ਤੁਸੀਂ ਜੰਮਦੇ ਨੂੰ ਜੀ ਚਲ ਠੀਕ ਆ, ਬੱਚਾ ਜੰਮਦਾ ਤੁਸੀਂ ਇਹ ਥੋੜੀ ਕਹਿੰਦੇ ਹਸਪਤਾਲ ਪਿਆ ਰਹੋ, ਚਲ ਰੱਬ ਆਪੇ ਹੀ, ਜੇ ਰੱਬ ਚਾਹੁੰਦਾ ਆਪਣਾ ਉਹਨੂੰ ਆਪੇ ਹੀ ਸਕੂਲੇ ਪੜ੍ਹਾ ਕੇ ਇਹਨੂੰ ਡਾਕਟਰ ਬਣਾ ਦੂ। ਉਹ ਤਾਂ ਪੂਰਾ ਜ਼ੋਰ ਲੱਗਾ ਹੁੰਦਾ ਤੁਹਾਡਾ ਟਿਊਸ਼ਨਾਂ ਦਵਾ ਕੇ। ਜੇ ਬੱਚੇ ਨੇ ਪਾਸ ਹੋਣਾ ਆਪੇ ਹੀ ਰੱਬ ਤੈਨੂੰ ਪਾਸ ਕਰੂ, ਤੈਨੂੰ ਪੜ੍ਹਨ ਦੀ ਕੀ ਲੋੜ ਆ। ਉਹ ਤਾਂ ਨਿਆਣੇ ਨੂੰ ਕੁੱਟ ਕੇ ਬੁਰੇ ਹਾਲ ਕਰ ਦਈਦੇ ਆ, ਦਬਕ ਕੇ ਵਿਚਾਰਾ ਸਹਿਮ ਜਾਂਦਾ ਹੈ, ਡਰ ਹੀ ਲੱਗਦਾ ਰਹਿੰਦਾ ਵਿਚਾਰੇ ਨੂੰ ਐਗਜ਼ਾਮ ਪਾ ਕੇ ਵੀ। ਮੈਨੂੰ ਹਜੇ ਤੱਕ ਸੁਪਨੇ ਆਉਂਦੇ ਆ ਕਿ ਮੈਂ ਫੇਲ ਹੋ ਗਿਆ, ਤੇ ਮੈਂ ਉੱਠ ਜਾਂਦਾ ਕਈ ਵਾਰੀ ਰਾਤ ਨੂੰ ਕਿ I think I failed my exams, and I'm like, hold on, it's all right, you're a solicitor now, you've done your A-levels ages ago. That's how psychologically the pressure must have been on people like us, you know. And I know some of you get it as well, don't pretend you don't. So ਇਹ ਚੀਜ਼ਾਂ ਦਾ ਆਪਾਂ ਜੋ ਹੈਗਾ ਆ ਧਿਆਨ ਰੱਖਣਾ ਆ। ਵੀਜ਼ਿਆਂ ਨਾਲੋਂ ਜੀ ਇਹ ਚੀਜ਼ਾਂ ਜੋ ਹੈਗੀਆਂ ਆ ਇਹ ਬਹੁਤ ਇੰਪੋਰਟੈਂਟ ਆ ਇਸ ਵੇਲੇ ਇੰਪੋਰਟੈਂਟ ਹੈਗਾ ਆ ਕਿ ਜੀ ਬਚਣਾ, that's more important। ਇਹਦੇ ਵਿੱਚ ਜੋ ਹੈਗਾ ਇਸ ਵੇਲੇ ਆਹ ਚੀਜ਼ ਇੰਪੋਰਟੈਂਟ ਆ ਕਿ ਆਪਾਂ ਬਚੀਏ ਕਿੱਦਾਂ ਵੀ ਨਾ। ਸੋ ਬਹੁਤ ਲੋਕ ਇੱਕ ਮੈਸੇਜ ਲੋਕਾਂ ਦਾ ਤੁਹਾਨੂੰ ਮੈਂ ਦਿਮਾਗ ਦੱਸਦਾ ਕਿੱਦਾਂ ਫਿਰਿਆ। ਐਦਾਂ ਦੇ ਸ਼ੋਅ ਦੇ ਵਿੱਚ ਹਜੇ ਵੀ ਮੈਸੇਜ ਆ ਜਾਂਦਾ, ਭਾਈ ਸਟੂਡੈਂਟ ਵੀਜ਼ੇ ਬਾਰੇ ਕੁਝ ਦੱਸੋ। ਆ ਲੋਕਾਂ ਦਾ ਦਿਮਾਗ ਦੇਖ ਲਓ, ਉਹ ਕੁਝ ਲੋਕਾਂ ਦਾ ਦਿਮਾਗ ਭਾਈ ਇੰਡੀਆ ਜਾਣਾ ਜਾ ਸਕਦੇ ਆ ਜਾਂ ਨਹੀਂ। I'm like, have you been listening to what I'm saying? People listen नहीं करते। So ਇਹ ਤੁਸੀਂ ਆਪਣਾ ਪਹਿਲਾਂ ਜਾਨ ਬਚਾਈਏ, ਇਹ ਸਾਰੀਆਂ ਚੀਜ਼ਾਂ ਬਾਅਦ 'ਚ ਹੋ ਜਾਣੀਆਂ। ਇਸ ਵੇਲੇ ਜਿੰਨਾ ਖਤਰਾ ਤੁਹਾਨੂੰ ਆ ਉਨਾ ਹੀ ਖਤਰਾ ਐਮਬੈਸੀ ਵਾਲਿਆਂ ਨੂੰ, ਉਨਾ ਹੀ ਖਤਰਾ ਹੋਮ ਆਫਿਸ ਵਾਲਿਆਂ ਨੂੰ ਆ, ਉਨਾ ਹੀ ਖਤਰਾ 에ਅਰਲਾਈਨ ਵਾਲਿਆਂ ਨੂੰ ਆ, ਪਾਇਲਟਾਂ ਨੂੰ, 에ਅਰ ਸਟਿਊਰਡੈਸਾਂ ਨੂੰ, ਉਨਾ ਹੀ ਖਤਰਾ ਹੀ। ਉਹ ਵੀ ਬੰਦੇ ਹੀ ਆ, ਸਾਰੇ ਦੁਨੀਆ ਬੰਦਿਆਂ ਨਾਲ ਚੱਲਦੀ ਆ। ਸੋ ਆ ਜੀ ਜੋ ਇਸ ਵੇਲੇ ਸਥਿਤੀ ਹੈਗੀ ਉਹ ਕਿਉਂ ਇਸ ਵੇਲੇ ਇਸ ਵੀਕ ਇੰਨਾ ਗੰਭੀਰ ਹੋਇਆ, ਜੋ ਸਿਲਸਿਲਾ ਜੋ ਤੁਹਾਨੂੰ ਮੈਂ ਦੱਸ ਰਿਹਾ ਕਿ ਆਪਸ ਵਿੱਚ ਤਾਂ ਲੜ ਰਹੇ ਆ ਪੋਲੀਟੀਸ਼ੀਅਨ। ਇਸ ਵੇਲੇ ਵੀ ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ, ਉਹ ਮੈਨਚੈਸਟਰ ਦਾ ਮੇਅਰ ਬੋਰਿਸ ਨਾਲ ਲੜਨ ਡਿਆ। ਉਹ ਕਹਿੰਦਾ ਤੁਸੀਂ ਟੀਅਰ 3 'ਚ ਆਓ, ਉਹ ਕਹਿੰਦਾ ਨਹੀਂ ਅਸੀਂ ਆਉਣਾ। ਉਹ ਕਹਿੰਦਾ ਤੁਸੀਂ ਨਹੀਂ ਆਏ ਮੈਂ ਜ਼ਬਰਦਸਤੀ ਤੁਹਾਨੂੰ ਲਿਆਉਣਾ। ਇੱਥੇ ਤਾਂ ਵਿਦਰੋਹ ਵਾਲੀ ਗੱਲ ਹੋ ਰਹੀ ਆ। ਤਾਂ ਆਪਾਂ ਨੂੰ ਪਿਓ ਕਿ ਜੀ ਨਹੀਂ ਜੀ ਆ +2 ਕੀਤਾ ਆ ਮੈਂ, 4 ਸਾਲ ਦਾ ਗੈਪ ਆ, ਬਿਊਟੀ ਪਾਰਲਰ ਦਾ ਸਰਟੀਫਿਕੇਟ। ਆਹ ਚੀਜ਼ਾਂ ਤੁਸੀਂ ਇੱਕ ਪਾਸੇ ਰਹਿਣ ਦਿਓ। ਇਹ ਚੀਜ਼ਾਂ ਲਈ ਜੇ ਪਤਾ ਕਰਨਾ ਆ ਤਾਂ ਈਮੇਲ ਕਰ ਲਿਓ, ਦਫ਼ਤਰ ਟਾਈਮ ਲੈ ਕੇ ਆ ਕੇ ਪੁੱਛ ਲਓ। ਆਹੀ ਚੀਜ਼ਾਂ ਨੇ ਇਹਨਾਂ ਲਈ ਬਣੀਆਂ। ਪਰ ਜੋ ਇਹ ਪਲੇਟਫਾਰਮ ਹੈਗਾ ਆ ਸ਼ੋਅ ਲਈ, ਇਸ ਵੇਲੇ ਮੇਰਾ ਫਰਜ਼ ਇਹ ਬਣਦਾ ਕਿ ਮੈਂ ਤੁਹਾਨੂੰ ਜੋ ਅੱਜ ਕੱਲ੍ਹ ਦੁਨੀਆ ਦੇ ਵਿੱਚ ਹੋ ਰਿਹਾ ਉਹਦੇ ਚੀਜ਼ ਬਾਰੇ ਦੱਸਾਂ, ਨਾ ਕਿ ਤੁਹਾਡੇ ਪਰਸਨਲ ਮਸਲਿਆਂ ਵਿੱਚ ਤੁਹਾਡਾ ਪਰਸਨਲ ਜੋ ਸਵਾਰਥ ਹੈਗਾ ਉਹ। ਕਿ ਮੇਰੇ ਭੂਆ ਦੀ ਕੁੜੀ ਨੇ ਅਪਲਾਈ ਕੀਤਾ ਸੀ, ਹਾਂ ਭੂਆ ਦੀ ਕੁੜੀ ਨੇ ਅਪਲਾਈ ਕੀਤਾ ਤਾਂ ਉਹਨੂੰ ਕਹੋਗੇ ਦਫ਼ਤਰ ਫੋਨ ਕਰ ਲਵੇ ਜਾਂ ਈਮੇਲ ਕਰ ਲਵੇ, ਜਾਂ ਤੁਸੀਂ ਆਪ ਆ ਕੇ ਸਲਾਹ ਲੈ ਲਓ ਉਹਦੇ ਬਾਰੇ। ਇਹ ਪਲੇਟਫਾਰਮ ਜੋ ਹੈਗਾ ਪਿਛਲੇ 13 ਸਾਲ ਤੋਂ ਤੁਹਾਨੂੰ ਪਰਸਨਲ ਸਲਾਹਾਂ ਹੀ ਦਿੰਦਾ ਆ ਰਿਹਾ ਮੈਂ। But now's not the time for that. Now's the time to make sure that your elders are secure and safe, just like I would want my elders to be secure and safe. So hopefully ਸਿਆਣਿਆਂ ਨੂੰ ਹੁਣ ਸਮਝ ਆ ਗਿਆ ਹੋਊਗਾ ਜੀ ਕਿ ਗੱਲ ਕੀ ਹੋ ਰਹੀ ਆ, and hopefully I've managed to explain it to your parents and they've understand the situation, save you a job really, and hopefully now they'll be able to be a bit more understanding as opposed to just sitting there. ਲੋਕ ਪੁੱਛਦੇ ਕਿ ਭਾਜੀ ਤੇਰਾ ਕੀ ਹਾਲ ਆ ਅੰਗੂਠੇ ਦਾ? ਆਹ ਦੇਖੋ ਜੀ ਅੰਗੂਠਾ ਤਾਂ ਦਿੱਤਾ ਮੈਨੂੰ ਕਾਸਟ, ਆਹ ਇਹਨਾਂ ਨੇ ਕੀਤਾ ਹੈਗਾ ਜੀ, ਆਹ ਜੋ ਸੀਗਾ ਆਪਰੇਸ਼ਨ ਕੀਤਾ, ਟਾਂਕੇ ਲੱਗੇ ਹੋ ਆ, ਇਹ ਪਾੜ ਕੇ ਜੀ ਸਾਰਾ ਇਹਦੇ 'ਚ ਸਕਰੂ ਕੱਸੇ ਉਹਨਾਂ ਨੇ,
ਸੋ ਹੁਣ ਇਹ ਹੈਗਾ ਸਟਿਫ। ਹੁਣ ਇਹ ਤੇ ਹੁਣ ਜਿੱਦਾਂ ਆਹ ਮੁੜਦਾ ਆ, ਦੇਖੋ ਆਹ ਅੰਗੂਠਾ ਨਾ ਮੁੜਦਾ, ਤੁਹਾਡਾ ਵੀ ਮੁੜਦਾ ਹੁਣ ਆ ਇੱਦਾਂ ਇੱਦਾਂ ਤੁਸੀਂ ਕਰ ਸਕਦੇ ਰਾਈਟ, ਇਹ ਨਹੀਂ ਮੁੜਦਾ। ਸੋ ਆਹ ਤਾਂ ਹੱਲੇ ਇੱਦਾਂ ਹੀ ਹੱਲੇ ਕੰਮ ਇੰਨਾ ਕੁ ਮੁੜਦਾ। ਸੋ ਇਹਨੂੰ ਹੌਲੀ ਹੌਲੀ ਗਜਾਉਣਾ, ਮੈਂ ਮੋੜਨਾ। ਸੋ ਮੈਂ ਤੁਹਾਨੂੰ ਦੱਸਦਾ ਕਿ ਇੱਕ ਫਰੀਕ ਐਕਸੀਡੈਂਟ ਦੇ ਨਾਲ ਕਿੰਨਾ ਨੁਕਸਾਨ ਹੋ ਜਾਂਦਾ ਤੁਹਾਡਾ ਝੱਟ 'ਚ, ਸਕਿੰਟ 'ਚ। ਸੋ ਆਹ ਜੀ ਆਹ ਫੋਨ ਤੇ ਹੀ ਸੀਗਾ, ਫੋਨ ਨੂੰ ਬਚਾਉਣ ਚੱਲਿਆ ਸੀ, ਫੋਨ ਡਿੱਗ ਪਿਆ, ਮੈਂ ਸੋਚਿਆ ਮੈਂ ਫੋਨ ਨੂੰ ਬੋਚ ਲਵਾਂ, ਉਹ ਫੋਨ ਤਾਂ ਬਚ ਗਿਆ, ਅੰਗੂਠਾ ਹੀ ਟੁੱਟ ਗਿਆ। ਪਰ ਕੋਈ ਗੱਲ ਨਹੀਂ, ਆਪਾਂ ਯਾਰ ਚੀਜ਼ਾਂ ਨੂੰ ਆਪਾਂ ਬੜਾ ਦਿਲ ਤੇ ਨਹੀਂ ਲਾਈਦਾ। ਹਾਂ, ਜੇ ਆਪਾਂ ਜੀ ਰੀੜ੍ਹ ਦੀ ਹੱਡੀਆਂ ਚੋਂ ਮੰਨ ਕੇ ਕਢਾ ਕੇ ਬਚ ਗਏ ਆ ਬਾਈਪਾਸ ਕਰਾ ਕੇ ਬਚ ਗਏ ਆ, ਹਾਰਟ ਅਟੈਕ ਕਰਾ ਕੇ ਬਚ ਗਏ ਆ, ਤਾਂ ਫਿਰ ਅੰਗੂਠੇ ਨੂੰ ਚਲੋ ਹੋ ਗਿਆ। ਪਰ ਆਪਾਂ ਜੋ ਹੈਗਾ ਹੋਣਾ ਹੀ ਆਪਾਂ ਇਹਦੇ ਵਿੱਚ ਆਪਾਂ ਕੋਸ਼ਿਸ਼ ਕਰੀ ਦੀ ਕਿ ਆਪਾਂ ਆਪਣੀ ਇਹ ਚੀਜ਼ਾਂ ਤੋਂ ਸਿੱਖਿਆ ਲੈ ਕੇ ਲਾਈਫ ਨੂੰ ਇੰਪਰੂਵ ਕਰੀ ਦੀ ਆ। ਸੋ ਆਪਾਂ ਇਸ ਚੀਜ਼ਾਂ ਨੂੰ ਨੈਗੇਟਿਵਲੀ ਨਹੀਂ ਦੇਖ ਰਹੇ। ਹਾਂ, ਸੇ ਮੈਨੂੰ ਇੱਕ ਬੰਦਾ ਕਹਿੰਦਾ ਭਾਈ ਤੈਨੂੰ ਕਿਸੇ ਦੀ ਦਰਸੀਸ ਲੱਗੀ ਹੋਣੀ ਤਾਂ ਹੀ ਤੇਰੇ ਨਾਲ ਹੋਇਆ ਆ। ਮੈਂ ਕਿਹਾ ਵੀਰੇ ਤੇਰੀ ਮਾਂ ਹਸਪਤਾਲ ਗਈ ਆ? ਕਹਿੰਦਾ ਹਾਂ ਪਿਛਲੇ ਸਾਲ ਗਈ ਸੀ। ਮੈਂ ਕਿਹਾ ਉਹਨੂੰ ਕਿਹਨੀ ਦਰਸੀਸ ਕੀਤੀ ਹੈ, ਉਹਨੂੰ ਕਿਹਦੀ ਲੱਗੀ? ਤੇ ਉਹ ਮੋਰਿਓਂ ਚੁੱਪ। ਮੈਂ ਕਿਹਾ ਫਿਰ ਤਾਂ ਬਹੁਤ ਵੱਡੀ ਠੱਗ ਹੋਣੀ ਆ, ਉਹ ਤਾਂ ਰਹਿ ਕੇ ਵੀ ਕਾਫੀ ਚਿਰ ਆਈ। ਕਹਿੰਦਾ ਹਾਂ 4 ਮਹੀਨੇ ਰਹਿ ਕੇ ਆਈ। ਮੈਂ ਕਿਹਾ ਫਿਰ ਤਾਂ ਬਹੁਤ ਬੰਦਿਆਂ ਨੂੰ ਲੁੱਟਿਆ ਹੋਣਾ, ਬਹੁਤ ਵੱਡੀ ਠੱਗ ਹੋਣੀ ਆ। ਜਿੱਦਾਂ ਦਾ ਸਵਾਲ ਕਰੂੰਗੇ ਜੀ ਉੱਦਾਂ ਦਾ ਹੀ ਜਵਾਬ ਮਿਲੂ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਰਜਾਪ ਨੇ ਇੱਦਾਂ ਹੀ ਕਰਨੀ ਮੋਰਿਓਂ। ਆਪਾਂ ਇਹ ਹਾਜੀ ਜੋ ਇਹ ਚੀਜ਼ ਆ ਜੋ ਕਿਸੇ ਨਾਲ ਮਾੜੀ ਹੁੰਦੀ ਆ, ਜੋ ਵੀ ਆ, ਉਹ ਉਹਦੇ 'ਚੋਂ ਸਿੱਖਿਆ ਲਈ ਦੀ ਆ। ਮੈਂ ਤੁਹਾਨੂੰ ਇਹ ਚੀਜ਼ਾਂ ਤਾਂ ਕਿਉਂ ਦੱਸ ਰਿਹਾ, ਆਪਣੀ ਬੈਕ ਬਾਰੇ ਮੈਂ ਤੁਹਾਨੂੰ ਕਿਉਂ ਦੱਸਿਆ, ਆਪਣੇ ਹਾਰਟ ਅਟੈਕ ਬਾਰੇ ਮੈਂ ਵੀਡੀਓ ਕਿਉਂ ਬਣਾਇਆ, ਆਪਣਾ ਜਦੋਂ ਮੈਂ ਅੰਗੂਠਾ ਟੁੱਟਿਆ ਮੈਨੂੰ ਕੀ ਲੋੜ ਹੈ ਤੁਹਾਨੂੰ ਦੱਸਣ ਦੀ? ਤੁਸੀਂ ਕਿਹੜਾ ਆ ਕੇ ਮਾਲਸ਼ਾਂ ਕਰ ਦੇਣੀਆਂ, ਇੱਥੇ E45 ਕਰੀਮ ਲਾ ਦੇਣੀ ਆ ਜਾਂ ਉਹਦੇ। ਮੈਂ ਤਾਂ ਦੱਸਿਆ ਕਿ ਦੇਖੋ ਆਪਣਾ ਤੁਸੀਂ ਖਿਆਲ ਰੱਖੋ ਸਿਹਤ ਦਾ। ਮੈਂ ਤਾਂ ਹਲੇ ਰਿਲੇਟਿਵਲੀ ਯੰਗ ਆ, 45 ਦਾ, ਤਾਂ ਮੇਰਾ ਤਾਂ ਅੰਗੂਠਾ ਹੋ ਜਾਣਾ 6 ਹਫ਼ਤਿਆਂ ਨੂੰ ਠੀਕ। ਪਰ ਜੇ ਹੁਣ 70 ਸਾਲ ਦਾ ਕਿਸੇ ਸਿਆਣੇ ਦਾ ਟੁੱਟ ਜਾਵੇ ਤਾਂ ਉਹਦਾ ਕਿੱਥੋਂ ਠੀਕ ਹੋਣਾ? ਉਹਦਾ ਤਾਂ 25-30 ਸਾਲ ਜੇ ਠੀਕ ਹੋਇਆ ਤਾਂ। ਜੇ ਡਿੱਗਦੇ ਤਾਂ ਤੁਹਾਡਾ ਗੋਡਾ ਟੁੱਟ ਗਿਆ ਜਾਂ ਕਿਤੇ ਤੁਸੀਂ ਨਹੀਂ ਧਿਆਨ ਰੱਖਿਆ, ਉਹਦਾ ਕੀ ਹੋਊ? ਉਹ ਤਾਂ ਫਿਰ ਵੀਲ ਚੇਅਰ 'ਚ ਹੀ ਬੈਠੋ। ਆਪਣਾ ਤੁਸੀਂ ਖਿਆਲ ਰੱਖਿਓ। ਜਾਂ ਸੋ ਮੈਂ ਇਹੀ ਤੁਹਾਨੂੰ ਦੱਸਦਾ, ਆਪਣੇ ਖੁਰਾਕ ਦਾ ਵੀ ਖਿਆਲ ਰੱਖਿਓ ਜੋ ਮੈਨੂੰ ਸਿੱਖਿਆ ਮਿਲੀ ਆ। ਤੇ ਲੋਕਡਾਊਨ ਦੇ ਵਿੱਚ ਮਤਲਬ ਇਹ ਨਹੀਂ ਕਿ ਹੁਣ ਤੁਸੀਂ ਦਾਰੂ ਡੱਫੋ ਜਾਂ ਵਾਧੂ ਖਾਓ ਤਾਂ ਐਕਸਰਸਾਈਜ਼ ਨਾ ਕਰੋ ਤਾਂ ਆਪਣਾ ਤੁਰੋ ਫਿਰੋ ਨਾ। ਭਾਵੇਂ ਜੋ ਆ ਆਪਣਾ ਸਿਹਤ ਦਾ ਤੁਸੀਂ ਖਿਆਲ ਰੱਖੋ। ਤੇ ਦਾਰੂ ਪੀ ਕੇ ਇਹ ਨਹੀਂ ਕਿ ਲੜਨਾ ਘਰ ਵਾਲੀ ਨਾਲ ਜਾਂ ਘਰ ਵਾਲੇ ਨੂੰ ਤੰਗ ਕਰਨਾ ਤੁਸੀਂ ਜਾਂ ਨਿਆਣਿਆਂ ਦੇ ਸਾਹਮਣੇ ਲੜਾਈਆਂ ਕਰਨੀਆਂ। ਮੈਂ ਤਾਂ ਹਰ ਹਫ਼ਤੇ ਪਿਛਲੇ ਤੁਹਾਨੂੰ 13 ਸਾਲ ਤੋਂ ਆਹੀ ਦੱਸਿਆ ਰਿਹਾ ਕਿ ਜੀ ਆਹ ਕੰਮ ਨਾ ਕਰੋ। ਸੋ ਇਹ ਤੁਸੀਂ ਪਿਆਰ ਨਾਲ ਰਹੋ, ਇੱਕ ਦੂਜੇ ਦੀ ਰਕਸ਼ਾ ਕਰੋ। ਟੱਬਰ ਦਾ ਮਤਲਬ ਹੀ ਇਹੀ ਹੁੰਦਾ ਹੈ, ਸਾਂਝ ਭਾਈਚਾਰੇ ਦਾ ਮਤਲਬ ਹੀ ਇਹੀ ਹੁੰਦਾ ਕਿ ਐਜ਼ ਅ ਕਮਿਊਨਿਟੀ ਯੂ ਲੁੱਕ ਆਫਟਰ ਈਚ ਅਦਰ। ਤੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ। ਤੇ ਸਾਡਾ ਫਰਜ਼ ਬਣਦਾ ਜੀ ਆਪਣੇ ਸਿਆਣਿਆਂ ਦਾ ਅਸੀਂ ਖਿਆਲ ਰੱਖੀਏ, ਜਿਨ੍ਹਾਂ ਨੇ ਸਾਨੂੰ ਇੱਥੇ ਲੈ ਕੇ ਆਏ ਆ, ਇੰਨੀ ਮੁਸੀਬਤਾਂ ਕਰਕੇ ਇੱਥੇ ਪ੍ਰਦੇਸਾਂ 'ਚ ਆਏ ਆ ਜੀ, ਸਾਡੀ ਲਾਈਫਾਂ ਸੈੱਟ ਕੀਤੀਆਂ। ਆਪ ਪੜ੍ਹੇ ਨਹੀਂ, ਸਾਨੂੰ ਪੜ੍ਹਾਇਆ, ਸਾਨੂੰ ਬਣਾਇਆ ਉਹਨਾਂ ਨੇ। ਸਾਡਾ ਫਰਜ਼ ਬਣਦਾ ਕਿ ਆਪਾਂ ਹੁਣ ਉਹਨਾਂ ਦੀ ਲੁੱਕ ਆਫਟਰ ਕਰੀਏ। ਤੇ ਸਿਆਣਿਆਂ ਦਾ ਵੀ ਫਰਜ਼ ਬਣਦਾ ਜੀ, ਕੋਈ ਬੱਚਾ ਤੁਹਾਡੇ ਫਾਇਦੇ ਦੀ ਗੱਲ ਕਰਦਾ ਤਾਂ ਉਹਨੂੰ ਸੁਣ ਲਿਆ ਕਰੋ। ਤਾਂ ਉਹਦੇ ਵਿੱਚ ਤੇ ਜੋ ਹੈਗਾ ਉਹ ਤੁਹਾਡੇ ਫਾਇਦੇ ਲਈ ਆ। ਆਪਾਂ ਨਹੀਂ ਚਾਹੁੰਦੇ ਕਿ ਤੁਹਾਨੂੰ ਹੁਬੜ ਕੇ ਰੱਖਿਆ ਜਾਵੇ, ਕੋਈ ਸਾਡੀ ਚਾਹ ਨਹੀਂ ਹੈਗੀ, ਬਟ ਇਹ ਤੁਹਾਡੇ ਫਾਇਦੇ ਲਈ ਆ। ਮੇਰੇ ਵੱਲੋਂ ਇੰਨਾ ਹੀ ਸੀਗਾ। ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਕ ਹੋਪਫੁਲੀ ਵਿਦ ਜਾਨੂੰ ਕੁਛ ਨਾ ਕੁਛ ਪਤਾ ਲੱਗੂ ਇਹਦੇ ਬਾਰੇ। ਤੇ ਜੋ ਇਮੀਗ੍ਰੇਸ਼ਨ ਦੇ ਲੇਟੈਸਟ ਚੇਂਜਸ ਆ ਉਹ ਵੀ ਦੱਸੂਗਾ। ਇਸ ਵੀਕ ਕੋਈ ਚੇਂਜ ਨਹੀਂ ਹੋਈ ਇਮੀਗ੍ਰੇਸ਼ਨ ਲਾਅ ਦੇ ਵਿੱਚ, ਤਾਂ ਹੀ ਨਹੀਂ ਮੈਂ ਤੁਹਾਨੂੰ ਦੱਸਿਆ। ਪਰ ਹਾਂ ਚੇਤਾ ਰੱਖਿਓ ਹੈਲਥ ਸਰਚਾਰਜ ਜੋ ਹੈਗਾ ਆ ਉਹ 27 ਤਰੀਕ ਨੂੰ ਵੱਧ ਜਾਣਾ ਆ। ਉਹ ਮੈਂ ਤੁਹਾਨੂੰ ਪਿਛਲੇ ਹਫ਼ਤੇ ਦੇ ਸ਼ੋਅ ਵਿੱਚ ਦੱਸਿਆ ਸੀਗਾ। ਪਿਛਲੇ ਹਫ਼ਤੇ ਦੇ ਜਿੰਨੇ ਵੀ ਪਿਛਲੇ ਸ਼ੋਅ ਆ ਸਾਰੇ YouTube ਤੇ ਹੈਗੇ ਆ, ਹਰਜਾਪ ਭੰਗਲ ਦੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਉੱਥੇ ਸਬਸਕ੍ਰਾਈਬ ਕਰ ਲਿਓ ਵੀ ਜਦੋਂ ਨਵੀਂ ਵੀਡੀਓ ਆਉਂਦੀ ਆ ਉਹ ਤੁਹਾਡੇ ਆ ਜਾਂਦਾ ਬਾਕਸ ਦੇ ਵਿੱਚ। ਟਿਕਟੌਕ ਤੇ, ਇੰਸਟਾਗ੍ਰਾਮ ਤੇ, ਸਾਰੇ ਪਾਸੇ, ਫੇਸਬੁੱਕ ਤੇ ਪਾਉਣ ਦੀ ਕੋਸ਼ਿਸ਼ ਕਰਦਾ ਜੀ ਮੈਂ। ਤੇ ਉਹਦੇ ਵਿੱਚ ਮੈਂ ਕੋਸ਼ਿਸ਼ ਤਾਂ ਕਰ ਰਿਹਾ ਹੈਗਾ ਹੁਣ ਇਕੱਲਾ ਹੀ। ਸੋ ਕੋਸ਼ਿਸ਼ ਮੈਂ ਕਰੂੰਗਾ ਜੀ ਜ਼ਰੂਰ। ਫਿਲਹਾਲ ਮੇਰੇ ਵੱਲੋਂ ਇੰਨਾ ਹੀ ਸੀਗਾ। ਮੈਂ ਚੱਲਿਆ ਘਰ ਨੂੰ, ਤੁਸੀਂ ਵੀ ਘਰ ਬੈਠੋ। ਮੈਂ ਤੁਹਾਨੂੰ ਮਿਲੂੰਗਾ ਅਗਲੇ ਹਫ਼ਤੇ। Stay safe everybody, keep your elders safe, keep your family safe and keep everyone else safe। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।